ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਸ੍ਰੀ ਅਮਰਦਾਸ ਹਿਰਦੈ ਨਿਤ ਧਿਆਵ, ਹਿਰਦੈ ਨਿਤ ਧਿਆਵ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਵਿਗਣਨ ਕੇ ਨਾਸ਼ਕ, ਵਿਗਣਨ ਕੇ ਨਾਸ਼ਕ। ਸ੍ਰੀ ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਧਨਾ, ਸਿਰ ਚਰਨਨ ਪਰ ਤਾਰ। ਏਕ ਓੰਕਾਰ ਸਤਿਗੁਰੂ, ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਹ ਸਗਰੋਂ ਬਿਰਤਾਂਤ ਜੋ ਹੋਵਾ, ਆਏ ਸਾਚ ਕਹਿ ਝੂਠੋ ਜੋਵਾ। ਮਮ ਮਨ ਨਿਸ਼ਚੈ ਆਏ ਨ ਕੋਈ, ਜਾਂ ਤੇ ਚਿੰਤਾ ਚਿਤ ਬੜ ਹੋਈ। ਇਹ ਸਗਰੋਂ ਬਿਰਤਾਂਤ ਜੋ ਹੋਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਨੇ ਅਪਾਰ ਕਿਰਪਾਲਤਾ ਕੀਤੀ ਹੈ। ਆਪ ਵਡਭਾਗੀ ਜਾਨ, ਚਵਰ ਛਤਰ ਤਖਤ ਦੇ ਮਾਲਕ, ਮਿਹਰਾਂ ਦੇ ਸਾਈਂ, ਕਰੁਣਾ ਨਿਧਾਨ, ਅੰਤਰਜਾਮੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਲਿਆਣਕਾਰੀ ਗੋਦ ਅੰਦਰ ਸੱਜ ਕਰਕੇ, ਗੁਰੂ ਸਵਾਰਿਆਂ ਤੋਂ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਆਪਣੇ ਸਵਾਸ ਸਫਲੇ ਕਰਦੇ ਪਏ ਸੀ। ਲੜੀਵਾਰ ਗੁਰ ਇਤਿਹਾਸ ਦੀ ਕਥਾ ਵਿੱਚੋਂ ਆਪ ਜੀ ਰੋਜ਼ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਜੀਵਨ ਸਰਵਣ ਕਰਕੇ ਆਪਣੇ ਸਵਾਸ ਸਫਲੇ ਕਰਦੇ ਹੋ, ਆਪਣਾ ਸਮਾਂ ਲੇਖੇ ਵਿੱਚ ਲਾਉਂਦੇ ਹੋ ਜੀ। ਬਹੁਤ ਦੂਰ ਦੂਰ ਤੱਕ ਬੈਠੀਆਂ ਹੋਈਆਂ ਸੰਗਤਾਂ ਵੀ ਸੋ ਇਸ ਤਕਨੀਕ ਦਾ ਲਾਹਾ ਲੈਂਦੀਆਂ ਹੋਈਆਂ ATN ਚੈਨਲ ਦੇ ਰਾਹੀਂ ਇਸ ਕਥਾ ਦਾ ਆਨੰਦ ਮਾਣਦੀਆਂ ਪਈਆਂ ਹਨ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਗੁਰੂ ਸਾਹਿਬ ਜੀ ਦੇ ਦਰ ਤੇ ਪ੍ਰਵਾਨ ਹੋਵੇ। ਜੋ ਪ੍ਰਸੰਗ ਆਪਾਂ ਕੱਲ ਵਿਚਾਰਿਆ ਸੀ ਤੇ ਇਸ ਵਿੱਚ ਰਾਜੇ ਨੇ ਇੱਕ ਬੜਾ ਭਿਆਨਕ ਤੇ ਡਰਾਉਣਾ ਸੁਪਨਾ ਦੇਖਿਆ ਸੀ। ਸੁਪਨੇ ਵਿੱਚ ਦੇਖਦਾ ਆਪਣਾ ਰਾਜ ਭਾਗ ਭੋਗਦਾ ਹੋਇਆ ਉਹ ਚੜ੍ਹਾਈ ਕਰ ਜਾਂਦਾ। ਫਿਰ ਉਹਦਾ ਜਨਮ ਚਡਾਲਾਂ ਦੇ ਘਰੇ ਹੁੰਦਾ, ਉੱਥੇ ਵੀ ਧੀਆਂ ਪੁੱਤਰ ਹੁੰਦੇ ਨੇ, ਦੋਤਰਿਆਂ ਪੋਤਰਿਆਂ ਵਾਲਾ ਹੋ ਜਾਂਦਾ। ਫਿਰ ਉੱਥੇ ਵੀ ਚੜ੍ਹਾਈ ਕਰ ਜਾਂਦਾ ਬਜ਼ੁਰਗ ਹੋ ਕੇ। ਫਿਰ ਜਾਗ ਆ ਜਾਂਦੀ ਹੈ, ਮਨ ਬਹੁਤ ਉਦਾਸ ਹੁੰਦਾ। ਉਹਨੇ ਚਿਰ ਨੂੰ ਪੰਜਵੇਂ ਪਾਤਸ਼ਾਹ ਜੀ ਦਾ ਸੁਨੇਹਾ ਆਉਂਦਾ, ਚਲੋ ਸ਼ਿਕਾਰ ਖੇਡਣ ਵਾਸਤੇ ਜਾਣਾ। ਸ਼ਿਕਾਰ ਵਾਸਤੇ ਹਜੂਰ ਦੇ ਨਾਲ ਜਾਂਦਾ। ਉਹਦੇ ਸਾਹਮਣਿਓਂ ਇੱਕ ਹਿਰਨ ਨਿਕਲ ਕੇ ਭੱਜਦਾ, 10 ਕੋਹ ਦੀ ਦੂਰੀ ਤੇ ਜਾ ਕੇ ਉਹਨੂੰ ਮਾਰ ਲੈਂਦਾ। ਫਿਰ ਪਿਆਸ ਲੱਗੀ ਹੋਣ ਕਰਕੇ ਇੱਧਰ ਉੱਧਰ ਪਾਣੀ ਦੀ ਭਾਲ ਕਰਦਾ ਤੇ ਇੱਕ ਛੋਟਾ ਜਿਹਾ ਨਗਰ ਦਿਖਾਈ ਦਿੰਦਾ। ਉਹਦੇ ਬਾਹਰ ਇੱਕ ਦਰਖਤ ਦੇ ਥੱਲੇ ਸੋਹਣੀ ਛਾਂ ਦੇਖ ਕੇ, ਘੋੜਾ ਬੰਨ੍ਹ ਕੇ, ਪਾਣੀ ਲੱਭ ਕੇ, ਆਪਣੀ ਪਿਆਸ ਦੂਰ ਕਰਕੇ
ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਤੇ ਆਪਣੇ ਸੈਨਾਪਤੀਆਂ ਨੂੰ ਉਡੀਕਦਾ ਹੋਇਆ ਦਰਖਤ ਦੇ ਥੱਲੇ ਬੈਠਾ। ਉਹਨੇ ਜਿਹਨੂੰ ਇੱਕ ਬੱਚੇ ਨੇ ਆਣ ਕੇ ਦੇਖਿਆ, ਉਹਨੇ ਜਾ ਕੇ ਪਿੰਡ ਵਿੱਚ ਰੌਲਾ ਪਾਇਆ, ਸਾਰੇ ਪਿੰਡ ਨੂੰ ਇਕੱਠਾ ਕਰ ਲਿਆ ਆ। ਉਸ ਦੀ ਘਰ ਵਾਲੀ ਆਈ, ਆਣ ਕੇ ਕਹਿਣ ਲੱਗੀ ਵੀ ਤੂੰ ਮਰਨ ਦਾ ਢੌਂਗ ਰਚ ਕੇ ਪਖੰਡ ਕਰਕੇ ਤੇ ਸੋਹਣੇ ਬਸਤਰ ਪਾ ਕੇ ਸ਼ਸਤਰ ਸਜਾ ਕੇ ਵਧੀਆ ਘੋੜਾ ਲੈ ਕੇ ਆ ਗਿਆ, ਤੂੰ ਘਰ ਨੂੰ ਕਿਉਂ ਨਹੀਂ ਚੱਲਦਾ? ਇਹ ਉਹਨਾਂ ਤੋਂ ਆਪਣਾ ਖਹਿੜਾ ਛਡਾਉਂਦਾ। ਇੱਥੋਂ ਤੱਕ ਸਾਧ ਸੰਗਤ ਜੀ ਆਪਾਂ ਪ੍ਰਸੰਗ ਕੱਲ ਵਿਚਾਰਿਆ ਸੀ। ਉਹਨੇ ਚ ਨੂੰ ਸਤਿਗੁਰੂ ਜੀ ਆ ਜਾਂਦੇ ਨੇ। ਮਹਾਰਾਜ ਜੀ ਸਾਰੀ ਗੱਲ ਸੁਣਦੇ, ਫਿਰ ਕਹਿੰਦੇ ਨੇ ਭਾਈ ਤੁਸੀਂ ਕਬਰ ਖੋਦ ਕੇ ਦੇਖੋ, ਜੇ ਤੇ ਤੁਹਾਡਾ ਮੁਰਦਾ ਉਹਦੇ ਚੋਂ ਨਿਕਲ ਆਇਆ, ਜੇ ਉਹਦੇ ਚੋਂ ਸਰੀਰ ਨਿਕਲਦਾ ਤੇ ਫਿਰ ਇਹ ਰਾਜਾ ਹੀ ਹੈ, ਇਹਨੂੰ ਅਸੀਂ ਨਾਲ ਲੈ ਜਾਵਾਂਗੇ। ਜੇ ਕਬਰ ਖਾਲੀ ਆ ਫਿਰ ਸਮਝਾਂਗੇ ਵੀ ਤੁਹਾਡੇ ਨਾਲ ਧੋਖਾ ਹੋਇਆ, ਇਹ ਮਰਿਆ ਨਹੀਂ ਸੀ, ਇਹਨੇ ਪਖੰਡ ਕੀਤਾ, ਇਹ ਤੁਹਾਡਾ ਹੀ ਬੰਦਾ, ਤੁਹਾਡੇ ਨਾਲ ਤੋਰ ਦੇਵਾਂਗੇ। ਜਾ ਕੇ ਕਬਰ ਪੁੱਟ ਕੇ ਦੇਖਦੇ ਤੇ ਬਿਲਕੁਲ ਉਸੇ ਦੀ ਸ਼ਕਲ ਦਾ ਇੱਕ ਅੰਦਰੋਂ ਮਨੁੱਖ ਨਿਕਲਦਾ। ਇਸ ਕਰਕੇ ਉਹ ਹੈਰਾਨ ਵੀ ਹੁੰਦੇ ਆ ਤੇ ਮਹਾਰਾਜ ਜੀ ਤੋਂ ਮਾਫੀ ਵੀ ਮੰਗ ਲੈਂਦੇ, ਜੇ ਸਾਨੂੰ ਭੁਲੇਖਾ ਲੱਗ ਗਿਆ ਸੀ, ਇਹ ਬਿਲਕੁਲ ਉਸੇ ਤਰ੍ਹਾਂ ਦਾ ਹੀ। ਦੇਖੋ ਸਾਰੇ ਪਿੰਡ ਨੂੰ ਪੁੱਛ ਕੇ ਦੇਖੋ ਭਾਵੇਂ ਤੁਸੀਂ। ਇੱਥੋਂ ਤੱਕ ਆਪਾਂ ਕੱਲ ਸਾਧ ਸੰਗਤ ਜੀ ਪਹੁੰਚੇ ਸਾਂ ਮਹਾਰਾਜ ਜੀ ਦੇ ਜੀਵਨ ਦੀ ਕਥਾ ਕਰਦੇ ਹੋਏ। ਅੱਗੇ ਜਿਵੇਂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਆਓ ਸਰਦਾ ਭਾਵਨਾ ਨਾਲ ਗੁਰੂ ਸਾਹਿਬ ਜੀ ਦਾ ਪਾਵਨ ਪਿੱਤਰ ਇਤਿਹਾਸ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ ਜੀ। ਇਹ ਸਗਰੋਂ ਬਿਰਤਾਂਤ ਜੋ ਹੋਵਾ। ਇਹ ਜਿਹੜਾ ਬਰਤਾਂਤ ਰਾਜੇ ਦੇ ਨਾਲ ਹੋਇਆ, ਉਹਨੇ ਦੇਖਿਆ ਇੱਕ ਚੀਜ਼ ਸੁਪਨੇ 'ਚ ਦੇਖੀ ਸੀ ਤੇ ਦੂਸਰੇ ਪਾਸੇ ਜੋ ਜਾਗਦਾ ਹੋਇਆ ਦੇਖਦਾ ਹੈ। ਜਾਗਦੇ ਦਾ ਆਪਣਾ ਪਰਿਵਾਰ ਉਹਦਾ ਅੰਮ੍ਰਿਤਸਰ ਬੈਠਾ ਮਹਾਰਾਜ ਜੀ ਨਾਲ ਸ਼ਿਕਾਰ ਖੇਲਣ ਵਾਸਤੇ ਆਇਆ ਹੈ, ਇਹ ਵੀ ਉਹਨੂੰ ਸਾਰਾ ਯਾਦ ਹੈ। ਪਰ ਜੋ ਰਾਤ ਸੁਪਨੇ 'ਚ ਦੇਖਿਆ ਸੀ, ਉਹੀ ਘਰ ਵਾਲੀ, ਉਹੀ ਧੀਆਂ, ਉਹੀ ਪੁੱਤਰ, ਉਹੀ ਪਿੰਡ ਸੀ, ਉਹੀ ਆਲਾ ਦੁਆਲਾ ਸੀ, ਉਹ ਵੀ ਪਛਾਣਿਆ। ਇਸ ਗੱਲ ਨੇ ਸਾਧ ਸੰਗਤ ਜੀ ਉਹਦੀ ਬੁੱਧੀ ਬਹੁਤ ਵਿਚਲਿਤ ਕੀਤੀ। ਉਹਨੂੰ ਸਮਝ ਨਹੀਂ ਆਉਂਦੀ ਵੀ ਆ ਜੋ ਜਾਗਰਤ ਵਾਲਾ ਇਹ ਸੱਚ ਹੈ ਕਿ ਜਿਹੜਾ ਮੈਂ ਰਾਤ ਦੇਖਿਆ ਸੀ ਉਹ ਸੱਚ ਹੈ। ਬੜਾ ਹੈਰਾਨ ਹੋਇਆ ਹੈ ਉਹ। ਮਮ ਮਨ ਨਿਸ਼ਚੈ ਆਏ ਨਾ ਕੋਈ। ਹੁਣ ਉਹਦਾ ਮਨ ਨਿਸ਼ਚਾ ਨਹੀਂ ਕਰ ਸਕਦਾ ਅਸਲ ਵਿੱਚ ਵੀ ਇਹ ਕੀ ਭਾਣਾ ਵਾਪਰਿਆ ਹੈ। ਜਾਂ ਤੇ ਚਿੰਤਾ ਚਿੱਤ ਵੱਡ ਹੋਈ। ਬਹੁਤ ਜ਼ਿਆਦਾ ਚਿੰਤਾ ਰਾਜੇ ਦੇ ਚਿੱਤ ਨੂੰ ਲੱਗੀ ਹੈ। ਕੋਈ ਸਮਝ ਨਹੀਂ ਆਉਂਦੀ, ਕੋਈ ਉਹਦਾ ਮਨ, ਉਹਦੀ ਬੁੱਧੀ ਨਿਰਣਾ ਨਹੀਂ ਕਰ ਸਕਦੀ ਜੀ। ਕਿਰਪਾ ਕਰੋਵੇ ਸਰਬ ਬਤਾਵੋ। ਹੁਣ ਮਨ 'ਚ ਸੋਚਦਾ ਵੀ ਇਸ ਘੁੰਡੀ ਦਾ ਹੱਲ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੀ ਕੱਢ ਸਕਦੇ ਨੇ। ਹੈਰਾਨ ਹੋਇਆ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਬੇਨਤੀਆਂ ਕਰਦਾ ਹੈ, ਕਿਆ ਆਚਰਜ ਹੋਇਓ ਸਮਝਾਵੋ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ, ਮਹਾਰਾਜ ਆਪ ਜੀ ਜਾਣੀ ਜਾਣ, ਜੇ ਮੈਨੂੰ ਪਤਾ ਲੱਗ ਗਿਆ ਵੀ ਪਤਾ ਨਹੀਂ ਹੁਣ ਹੋਇਆ ਕੀ ਹੈ, ਇਸ ਕਲਾ ਨੂੰ ਤੁਸੀਂ ਜਾਣ ਸਕਦੇ, ਦੱਸ ਸਕਦੇ ਜੇ ਵੀ ਮੈਨੂੰ ਨਹੀਂ ਸਮਝ ਨਹੀਂ ਆ ਰਹੀ ਇਹ ਕੀ ਗੱਲ ਸੀ, ਕਿਰਪਾ ਕਰਕੇ ਤੁਸੀਂ ਮੈਨੂੰ ਦੱਸੋ, ਇਸ ਗੁੰਝਲ ਵਿੱਚੋਂ ਕੱਢੋ ਜੀ। ਇਮ ਨਿਰਪਤੇ ਸੁਣ ਕੇ ਸਭ ਗਾਥ। ਸਾਰੀ ਗੱਲ ਜਦੋਂ ਉਹਦੇ ਕੋਲੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਣੀ, ਉਹਨੇ ਵਿਸਥਾਰ ਨਾਲ ਦੱਸਿਆ, ਮਹਾਰਾਜ ਏਦਾਂ ਮੈਂ ਸੁਪਨੇ 'ਚ ਦੇਖਿਆ ਸੀ। ਉਹ ਰੌਲਾ ਝੂਠਾ ਨਹੀਂ ਸੀ ਪਾਉਂਦੇ, ਸਾਰਾ ਮੇਰਾ ਹੀ ਪਰਿਵਾਰ ਸੀ, ਮੈਂ ਦੇਖਿਆ ਸੀ ਸੁਪਨੇ ਵਿੱਚ ਉਹਨਾਂ ਨੂੰ, ਉਹੀ ਧੀਆਂ ਪੁੱਤਰ ਸੀ, ਠੀਕ ਹੀ ਮੈਨੂੰ ਉਹਨਾਂ ਨੇ ਪਛਾਣਿਆ ਸੀ। ਪਰ ਦੂਜੇ ਬੰਨੇ ਠੀਕ ਇਹ ਵੇ ਕਿ ਮੇਰਾ ਆਪਣਾ ਪਰਿਵਾਰ ਉੱਥੇ ਤੰਬੂਆਂ 'ਚ ਬੈਠਾ ਹੋਇਆ, ਅੰਮ੍ਰਿਤਸਰ ਆਪਾਂ ਸ਼ਿਕਾਰ ਖੇਲਣ ਆਏ ਆ, ਭਾਈ ਕਲਿਆਣਾ ਜੀ ਮੈਨੂੰ ਲੈ ਕੇ ਆਏ ਨੇ, ਵਾਕਈ ਮੈਂ ਮੰਡੀ ਦਾ ਰਾਜਾ ਹਾਂ। ਹੁਣ ਮੈਨੂੰ ਤਾਂ ਸਮਝ ਨਹੀਂ ਆਉਂਦੀ ਜੀ। ਕਹਿਤ ਭਏ ਸ੍ਰੀ ਅਰਜਨ ਨਾਥ। ਉਹਦੀ ਬੇਨਤੀ ਸੁਣ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਏਦਾਂ ਬਚਨ ਕਰਨ ਲੱਗੇ ਪਵਿੱਤਰ ਮੁਖ ਤੋਂ, ਲਿਖਿਆ ਪ੍ਰਭ ਕੋ ਨਹਿ ਖੋਵਤ। ਮਹਾਰਾਜ ਕਹਿਣ ਲੱਗੇ, ਭਾਈ ਇੱਥੋਂ ਤੇਰੇ ਮਨ 'ਚ ਸ਼ੰਕਾ ਪਿਆ ਸੀ ਵੀ ਜੋ ਪ੍ਰਮਾਤਮਾ ਨੇ ਮੱਥੇ ਦਾ ਲੇਖ ਲਿਖਿਆ ਹੁੰਦਾ ਹੈ, ਅਸੀਂ ਦੱਸਿਆ ਸੀ ਭਾਈ ਉਹ ਮਿਟ ਨਹੀਂ ਸਕਦਾ ਕਿਸੇ ਤਰ੍ਹਾਂ ਵੀ। ਤਉ ਸਹਾਇਕ ਸਤਿਗੁਰ ਹੋਵਤ। ਅਸੀਂ ਤੈਨੂੰ ਆਖਿਆ ਸੀ ਵੀ ਤਾਂ ਵੀ ਮੱਥੇ ਦੇ ਲਿਖੇ ਹੋਏ ਦੇ ਬਾਵਜੂਦ ਵੀ ਸਤਿਗੁਰੂ ਮਦਦ ਕਰ ਸਕਦੇ ਨੇ, ਮਦਦਗਾਰ ਨੇ, ਸਹਾਈ ਹੋ ਜਾਂਦੇ ਨੇ। ਤੂੰ ਹੀ ਕਹਿਣਾ ਸਾ ਵੀ ਦੋਵੇਂ ਗੱਲਾਂ ਕਿਵੇਂ ਹੋ ਸਕਦੀਆਂ ਜੀ, ਜਾਂ ਤਾਂ ਉਹ ਨਾ ਭੋਗਣਾ ਪਵੇ ਤੇ ਮਹਾਰਾਜ ਕਿਰਪਾ ਕਰ ਦੇਣ, ਜਾਂ ਫਿਰ ਮਹਾਰਾਜ ਕਿਰਪਾ ਨਹੀਂ ਕਰ ਸਕਦੇ ਤਾਂ ਮਤਲਬ ਮੱਥੇ ਦਾ ਭੋਗਣਾ ਹੀ ਪੈਣਾ ਜੋ ਪ੍ਰਮਾਤਮਾ ਨੇ ਲਿਖਿਆ। ਦੋਨੇ ਵਿਧੀਆਂ ਕਿਵੇਂ ਹੋ ਸਕਦੀਆਂ, ਇਹ ਤੇਰੇ ਮਨ 'ਚ ਸ਼ੰਕਾ ਪਿਆ ਸੀ। ਇਹ ਗਤ ਬੀਤੀ ਹੈ ਤੋ ਸੰਗ। ਮਹਾਰਾਜ ਨੇ ਆਖਿਆ ਬਸ ਉਹ ਤੇਰੇ ਨਾਲ ਹੋ ਗਈ ਹੈ। ਜਿਸ ਗੱਲ ਤੇ ਤੂੰ ਸ਼ੰਕਾ ਕਰਦਾ ਸਾਂ ਵੀ ਦੋਵੇਂ ਗੱਲਾਂ ਕਿਵੇਂ ਹੋ ਸਕਦੀਆਂ ਜੀ, ਜਾਂ ਤਾਂ ਮੱਥੇ ਦਾ ਲੇਖ ਭੋਗੀਏ ਜਾਂ ਫਿਰ ਗੁਰੂ ਸਾਹਿਬ ਜੀ ਦੀ ਕਿਰਪਾ, ਇਹ ਤੇਰੇ ਨਾਲ ਇਹੀ ਵਰਤਾਰਾ ਹੋਇਆ ਹੈ। ਕਰੋ ਨਹੀਂ ਆਪਣੋ ਮਨ ਭੰਗ। ਮਹਾਰਾਜ ਨੇ ਆਖਿਆ ਕੋਈ ਨਹੀਂ, ਤੂੰ ਉਦਾਸ ਨਾ ਹੋ, ਤੈਨੂੰ ਦੱਸ ਦਿਆਂਗੇ ਸਾਰੀ ਗੱਲ ਵੀ ਇਹ ਕੀ ਹੋਇਆ ਹੈ। ਸਤਿਗੁਰ ਭਏ ਸਹਾਇਕ ਤੇਰੀ। ਇਹ ਤੇਰੀ ਸਹਾਇਤਾ ਸਤਿਗੁਰੂ ਨੇ ਕੀਤੀ। ਤੂੰ ਕਹਿਣਾ ਸਾ ਨਾ ਵੀ ਜੇ ਮੱਥੇ ਦਾ ਲਿਖਿਆ ਹੀ ਭੋਗਣਾ ਪੈਣਾ ਤੇ ਕਾਹਨੂੰ ਇੰਨੀ ਦੂਰ ਚੱਲ ਕੇ ਆਇਆ, ਕਿਉਂ ਮੈਂ ਤੁਹਾਡਾ ਸਿੱਖ ਬਣਾ, ਕਿਉਂ ਫਿਰ ਮੈਂ ਸ਼ਰਧਾ ਲਿਆਵਾਂ। ਤੇਰੇ ਮਨ 'ਚ ਸ਼ੰਕਾ ਪੈ ਗਿਆ ਸੀ। ਇਹ ਗੁਰੂ ਘਰ ਨੇ, ਗੁਰੂ ਨਾਨਕ ਪਾਤਸ਼ਾਹ ਜੀ ਦੀ ਰਹਿਮਤ ਨੇ ਤੇਰੀ ਮਦਦ ਕੀਤੀ ਹੈ। ਹਿਰਦੈ ਵਿਚਾਰ ਤੂੰ ਬਾਤ ਜੋ ਹੇਰੀ। ਸੋ ਜੋ ਹਿਰਦੇ ਦੇ ਵਿੱਚ ਇਹ ਸੋਚਦਾ ਆਉਂਦਾ ਸੀ, ਜੋ ਇਹਦੇ ਨਾਲ ਬਤੀਤ ਹੋਇਆ ਸੀ, ਗੁਰੂ ਸਾਹਿਬ ਜੀ ਨੇ ਜਦੋਂ ਸਾਰਾ ਕੁਝ ਜਾਣ ਲਿਆ, ਕਿਉਂਕਿ ਜਾਣੀ ਜਾਣ ਹਨ ਮਹਾਰਾਜ ਜੀ। ਜਨਮ ਪਾਵ ਨੂੰ ਘਰ ਚੰਡਾਲ। ਮਹਾਰਾਜ ਜੀ ਨੇ ਆਖਿਆ ਵੀ ਦੇਖ,
ਜੋ ਤੂੰ ਸੁਪਨੇ ਵਿੱਚ ਦੇਖਿਆ ਸੀ ਨਾ, ਬਿਲਕੁਲ ਇਦਾਂ ਹੀ ਹੋਣਾ ਸੀ। ਤੇਰੇ ਮੱਥੇ ਦਾ ਲੇਖ ਸੀ, ਤੂੰ ਇਹ ਰਾਜ ਭੋਗ ਕੇ ਮਰਨਾ ਸੀ, ਉਦੋਂ ਬਾਅਦ ਚੰਡਾਲਾਂ ਦੇ ਘਰ ਤੇਰਾ ਜਨਮ ਹੋਣਾ ਸੀ। ਇਹ ਅਟਲ ਸਚਾਈ ਸੀ, ਇਹੀ ਲੇਖ ਸੀ ਤੇਰਾ। ਤੋਹੇ ਭਾਗ ਮਹਿ ਲਿਖਿਓ ਅਟਲ। ਇਹ ਅਟਲ ਸਚਾਈ ਸੀ, ਕੋਈ ਨਹੀਂ ਸੀ, ਤੇਰੇ ਭਾਗ ਸਨ। ਇਹ ਮਰ ਕੇ ਤੈਨੂੰ ਇਸ ਜਨਮ ਵਿੱਚ ਜਾਣਾ ਹੀ ਪੈਣਾ ਸੀ ਅਸਲ ਵਿੱਚ। ਸਦਨ ਤਿਆਗ ਕਹਿ ਤੂੰ ਚੱਲ ਆਇਓ। ਪਰ ਭਾਈ ਕਲਿਆਣਿਆ ਜੀ ਗਏ, ਤੂੰ ਆਪਣਾ ਘਰ ਛੱਡ ਕੇ ਆਇਆ, ਇੱਥੇ ਇੰਨੀ ਦੂਰ ਚੱਲ ਕੇ ਆਣ ਕੇ ਤੂੰ ਮੱਥਾ ਟੇਕਿਆ ਹੈ। ਸਤਿਗੁਰ ਆਗੈ ਸੀਸ ਨਵਾਇਓ। ਤੇ ਤੂੰ ਸਾਡੇ ਅੱਗੇ ਆਣ ਕੇ ਸੀਸ ਨਵਾਇਆ, ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ ਜਾਣ ਕੇ, ਸਮਰੱਥ ਜਾਣ ਕੇ। ਧਰੇ ਪਦਾਰਥ ਆਨ ਉਪਾਇਨ। ਫਿਰ ਕਿੰਨੀਆਂ ਕੀਮਤੀ ਤੂੰ ਭੇਟਾਵਾਂ ਲੈ ਕੇ ਆਇਆ, ਪਿੱਛੋਂ ਨੰਗੇ ਚਰਨੀ ਚੱਲ ਕੇ ਆਇਆ ਸਾਂ ਆਪਣੇ ਡੇਰੇ ਤੋਂ। ਇਹ ਜਿਹੜੀ ਤੂੰ ਸ਼ਰਧਾ ਵਿਖਾਲੀ, ਪ੍ਰੇਮ ਵਿਖਾਲਿਆ ਸੀ, ਕਰ ਸ਼ਰਧਾ ਪਰਸੇ ਕਰ ਪਾਇਨ। ਤੇ ਸ਼ਰਧਾ ਦੇ ਨਾਲ ਆਣ ਕੇ ਜਿਹੜੇ ਤੂੰ ਸਾਡੇ ਚਰਨਾਂ ਦੇ ਉੱਤੇ ਮੱਥਾ ਲਾਇਆ ਸੀ, ਹੱਥ ਲਾਏ ਸੀ, ਜਿਹੜਾ ਤੂੰ ਪਰਸਿਆ ਸੀ ਸਾਡੇ ਚਰਨਾਂ ਨੂੰ। ਜਾਂ ਤੇ ਸਤਿਗੁਰ ਪਏ ਸਹਾਏ। ਇਸ ਕਰਕੇ ਤੇਰੀ ਸਹਾਇਤਾ ਕੀਤੀ ਹੈ, ਗੁਰੂ ਸਹਾਈ ਹੋਏ ਹਨ ਤੇਰੇ। ਸੁਪਨੇ ਮਹਤਸੋ ਦੀਨ ਬਿਤਾਏ। ਮਹਾਰਾਜ ਨੇ ਆਖਿਆ ਤੇਰਾ ਸੁਪਨੇ ਵਿੱਚ ਉਹ ਸਾਰਾ ਜਨਮ ਅਸੀਂ ਕੱਟ ਦਿੱਤਾ। ਜੋ ਤੂੰ ਚੰਡਾਲਾਂ ਦੇ ਘਰ ਜਾਣਾ ਸੀ, ਇਹ ਦੁੱਖ ਭੋਗਣਾ ਸੀ ਇਸ ਜਨਮ ਵਿੱਚ, ਜੋ ਤੂੰ ਦੇਖਿਆ ਉਹ ਬਿਲਕੁਲ ਹਕੀਕਤ ਸੀ, ਤੇਰੇ ਮੱਥੇ ਦੀ ਸੀ। ਪਰ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਉਹ ਤੇਰਾ ਸਾਰਾ ਜਨਮ ਵੀ ਵਿਖਾਲ ਦਿੱਤਾ ਹੈ, ਪਰ ਸੁਪਨੇ ਵਿੱਚ ਭੁਗਤਾ ਦਿੱਤਾ ਹੈ। ਜਨਮ ਚੰਡਾਲ ਸੋ ਧਰਨੋ ਹਤੋ। ਇਹ ਤੂੰ ਚੰਡਾਲਾਂ ਦੇ ਘਰ ਜਨਮ ਲੈਣਾ ਹੀ ਲੈਣਾ ਸੀ, ਇਹ ਜਨਮ ਧਾਰਨਾ ਪੈਣਾ ਸੀ ਤੈਨੂੰ। ਸੋ ਇੱਕ ਜਾਮਨ ਮਹਿ ਧਰ ਬਿਤੋ। ਮਹਾਰਾਜ ਨੇ ਆਖਿਆ ਇੱਕ ਰਾਤ ਵਿੱਚ ਤੇਰਾ ਸਾਰਾ ਕੁਝ ਉਹ ਬਤੀਤ ਕਰ ਦਿੱਤਾ ਹੈ। ਪਰਮ ਹਤੋ ਤੇਰੋ ਮਨ ਮਾਹੀ। ਸੋ ਇਹ ਤੇਰੇ ਮਨ 'ਚ ਭਰਮ ਸੀ ਕਿ ਦੋਵੇਂ ਗੱਲਾਂ ਕਿਵੇਂ ਹੋ ਸਕਦੀਆਂ, ਮੱਥੇ ਦਾ ਲਿਖਿਆ ਵੀ ਭੋਗਿਆ ਜਾਵੇ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਮਹਾਰਾਜ ਬਚਾ ਵੀ ਲੈਣ ਉਸ ਭੋਗ ਜਾਣ ਵਾਲੇ ਦੁੱਖ ਤੋਂ। ਲਿਖਿਆ ਮੇਟ ਸਕੇ ਕੋ ਨਾਹੀ। ਭਈ ਇਹ ਲਿਖਿਆ ਹੋਇਆ ਮੇਟ ਸਕਦੇ ਨੇ, ਜਾਂ ਕਿਵੇਂ ਗੁਰੂ ਸਾਹਿਬ ਜੀ ਬਦਲ ਸਕਦੇ ਨੇ, ਕਿਵੇਂ ਦੁੱਖ ਵਿੱਚ ਸੁੱਖ ਹੋ ਸਕਦਾ। ਉਵੇਂ ਮਹਾਰਾਜ ਜੀ ਦੀ ਸਾਧ ਸੰਗਤ ਜੀ ਪਵਿੱਤਰ ਬਾਣੀ ਅਪੁਸ਼ਟ ਬਾਤ ਤੇ ਭਾਈ ਸਿਧਰੀ ਦੂਤ ਦੁਸ਼ਟ ਸਜਣਾਈ। ਜੋ ਗੋਬਿੰਦ ਕਿਰਪਾ ਪਾਈ, ਜੋ ਕਿਰਪਾ ਗੋਬਿੰਦ ਪਾਈ। ਮਹਾਰਾਜ ਕਹਿੰਦੇ ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਜਾਂ ਗੁਰੂ ਦੀ ਕਿਰਪਾ ਹੁੰਦੀ, ਗੁਰਮੁਖੋ ਪੁੱਠੀ ਗੱਲ ਜਿਹੜੀ ਉਹ ਸਿੱਧੀ ਹੋ ਜਾਂਦੀ ਹੈ। ਜਿਹੜੇ ਵੈਰੀ ਨੇ ਉਹ ਮਿੱਤਰ ਬਣ ਜਾਂਦੇ ਨੇ, ਜਿਹੜੇ ਦੁਸ਼ਮਣ ਨੇ ਉਹ ਵੈਰ ਕਰਨਾ ਛੱਡ ਦਿੰਦੇ ਨੇ। ਇਹ ਮਹਾਰਾਜ ਜੀ ਦੀ ਜਦੋਂ ਮਿਹਰ ਹੋਵੇ ਤੇ ਗੁਰੂ ਸਾਹਿਬ ਜੀ ਨੇ ਆਖਿਆ ਭੋਗਣਾ ਪੈਣਾ ਸੀ, ਅਟਲ ਜਨਮ ਸੀ, ਤੈਨੂੰ ਜਾਣਾ ਪੈਣਾ ਸੀ ਚੰਡਾਲ ਦੇ ਘਰ, ਪਰ ਅਸੀਂ ਕਲਾ ਵਿਖਾਲ ਕੇ ਤੂੰ ਮੱਥਾ ਟੇਕਿਆ ਸੀ, ਸ਼ਰਧਾ ਵਿਖਾਲੀ, ਇਹ ਸਾਰਾ ਕੁਝ ਤੈਨੂੰ ਦਿਖਾਲ ਵੀ ਦਿੱਤਾ ਤੇਰਾ ਭਰਮ ਦੂਰ ਕਰਨ ਵਾਸਤੇ, ਔਰ ਇੱਕ ਰਾਤ ਵਿੱਚ ਸੁਪਨੇ ਵਿੱਚ ਉਹ ਭੁਗਤਾ ਦਿੱਤਾ ਹੈ ਤੈਨੂੰ। ਪਾਉ ਸਹਾਇਤਾ ਗੁਰ ਕਿਆ ਕਰੈ। ਹਾਂ, ਫਿਰ ਤੂੰ ਕਹਿਣਾ ਸਾ ਨਾ ਵੀ ਗੁਰੂ ਸਾਹਿਬ ਕੀ ਸਹਾਇਤਾ ਕਰ ਸਕਦੇ ਹਨ, ਜੇ ਲਿਖਿਆ ਹੋਇਆ ਮੱਥੇ ਦਾ ਮਿਟ ਨਹੀਂ ਸਕਦਾ ਤਾਂ। ਨਿਹਫਲ ਹੈ ਇਮ ਸੰਸੋ ਤੂੰ ਧਰੈ। ਤੂੰ ਸੰਸਾ ਕੀਤਾ ਸੀ ਵੀ ਮੇਰਾ ਇੱਥੇ ਆਉਣਾ ਨਿਸਫਲ ਹੈ, ਕੀ ਮੈਨੂੰ ਲਾਭ ਮਿਲਿਆ ਮਹਾਰਾਜ ਜੀ ਨੂੰ ਮੱਥਾ ਟੇਕ ਕੇ। ਸੋ ਬਿਦ ਤੁਝ ਕੋ ਕਰ ਦਿਖਰਾਈ। ਮਹਾਰਾਜ ਨੇ ਆਖਿਆ ਤੈਨੂੰ ਉਹ ਵਿਧੀ ਕਰਕੇ ਦਿਖਾਲ ਦਿੱਤੀ ਆ ਵੀ ਗੁਰੂ ਇਉਂ ਰੇਖ ਵਿੱਚ ਮੇਖ ਮਾਰ ਸਕਦਾ ਹੈ ਕਿ ਪ੍ਰਮਾਤਮਾ ਦੇ ਲਿਖੇ ਹੋਏ ਨੂੰ ਵੀ ਉਹ ਮਿਟਾਵੇਗਾ ਨਹੀਂ, ਟਾਲੇਗਾ ਨਹੀਂ, ਪਰ ਦੁੱਖ ਨੂੰ ਸੁੱਖ 'ਚ ਬਦਲ ਦੇਵੇਗਾ। ਐਮ ਸ਼੍ਰੀ ਸਤਿਗੁਰ ਹੋਏ ਸਹਾਈ। ਏਦਾਂ ਗੁਰੂ ਸਾਹਿਬ ਜੀ ਸਹਾਇਤਾ ਕਰਦੇ ਨੇ, ਇਉਂ ਸਹਾਈ ਹੁੰਦੇ ਨੇ ਮਹਾਰਾਜ। ਮਹਾ ਕਸ਼ਟ ਤੇ ਲੇਤ ਵਿਚਾਰ। ਬਹੁਤ ਵੱਡੇ ਕਸ਼ਟ ਤੋਂ ਹੱਥ ਦੇ ਕੇ ਬਚਾ ਲੈਂਦੇ ਆਪਣੇ ਸੇਵਕਾਂ ਨੂੰ। ਜੋ ਸਿੱਖ ਬਨ ਹੈ ਸ਼ਰਧਾ ਲਿਆਏ। ਜਿਹੜਾ ਵੀ ਸ਼ਰਧਾ ਲਿਆ ਕੇ ਸਿੱਖ ਬਣਦਾ ਮਹਾਰਾਜ ਜੀ ਦਾ। ਸੁਣ ਕੇ ਨਿਰਪ ਗਦ ਗਦ ਹੋਏ ਗਇਓ। ਮਹਾਰਾਜ ਜੀ ਦਾ ਇਹ ਬਚਨ ਸੁਣ ਕੇ ਰਾਜਾ ਬਹੁਤ ਗਦ ਹੋਇਆ, ਉਹਨੂੰ ਯਕੀਨ ਹੋ ਗਿਆ ਨਾ, ਕਿਉਂਕਿ ਉਹ ਵੀ ਦੇਖਿਆ ਸੀ ਉਹਨੇ ਸੁਪਨੇ ਵਿੱਚ ਸਾਰਾ ਕੁਝ, ਤੇ ਅੱਖਾਂ ਨਾਲ ਵੀ ਦੇਖ ਆਇਆ ਸੀ ਸਾਰੇ ਆਪਣੇ ਧੀਆਂ ਪੁੱਤਰ, ਉਹ ਚੰਡਾਲਾਂ ਵਾਲੇ ਵੀ ਆ ਸੀ। ਕਲਾ ਮਹਾਰਾਜ ਜੀ ਨੇ ਵਰਤਾ ਕੇ ਸਾਰਾ ਕੁਝ ਵਿਖਾਲ ਦਿੱਤਾ ਸੀ। ਤੇ ਇਹ ਫਿਰ ਮਹਾਰਾਜ ਜੀ ਨੇ ਦੱਸ ਦਿੱਤਾ, ਜੇ ਕੋਈ ਸ਼ਰਧਾ ਲੈ ਕੇ ਆਉਂਦਾ ਗੁਰਮੁਖੋ, ਗੁਰੂ ਏਦਾਂ ਸਹਾਈ ਹੁੰਦਾ। ਸਿਰਫ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਿਣਕਾ ਮਾਤਰ ਆਪਣੀ ਕਲਾ ਵਰਤਾ ਕੇ ਤੇ ਸਾਰਾ ਕੁਝ ਬਣਾ ਕੇ ਉਹਨੂੰ ਵਿਖਾਲ ਦਿੱਤਾ ਸੀ, ਏਦਾਂ ਗੁਰੂ ਸਹਾਈ ਹੁੰਦਾ। ਪਰ ਜੇ ਸ਼ਰਧਾ ਲਿਆਵੋ, ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸਾਧ ਸੰਗਤ ਜੀ, ਇਹ ਵਿਸ਼ੇਸ਼ ਕਰਕੇ ਸਾਰੇ ਜਿਹੜੇ ਸਟੂਡੈਂਟ ਇੱਥੇ ਆਏ ਨੇ ਪੜ੍ਹਨ ਵਾਸਤੇ, ਉਥੋਂ ਪੰਜਾਬ ਤੋਂ ਜਾਂ ਬਾਕੀ ਹਿੱਸਿਆਂ ਚੋਂ, ਉਹਨਾਂ ਨੇ ਜਿਵੇਂ ਗੁਰਮੁਖਾਂ ਨੇ ਆਪ ਜੀ ਨੂੰ ਦੱਸਿਆ ਸੀ, ਉਹਨਾਂ ਨੇ ਇਹ ਅੱਜ ਦਾ ਸਾਰਾ ਪ੍ਰੋਗਰਾਮ ਰੱਖਿਆ। ਇਸ ਕਥਾ ਤੋਂ ਬਾਅਦ ਉਹਨਾਂ ਨੇ ਕੁਝ ਆਪਣੀਆਂ ਸਪੀਚਾਂ, ਕੋਈ ਲੈਕਚਰ, ਕੁਝ ਅਨਾਉਂਸਮੈਂਟਾਂ ਵੀ ਕਰਨੀਆਂ ਹੈਗੀਆਂ ਨੇ। ਮੈਂ ਉਹਨਾਂ ਨੂੰ ਇੱਕ ਦੋ ਬੇਨਤੀਆਂ ਕਰਾਂਗਾ। ਉਮਰ ਵਿੱਚ ਵੱਡਾ ਹੋਣ ਕਰਕੇ, ਉਵੇਂ ਤਾਂ ਤੁਸੀਂ ਸਾਰੇ ਸਿਆਣੇ ਜੇ, ਭਈ ਇਹ ਬਚਨ ਆ ਗਿਆ ਵੀ ਜੇ ਸ਼ਰਧਾ ਰੱਖ ਕੇ ਗੁਰੂ ਸਾਹਿਬ ਜੀ ਨੂੰ ਆਪਾਂ ਮੰਨੀਏ ਨਾ ਗੁਰਮੁਖੋ, ਮਹਾਰਾਜ ਪੁੱਠੀ ਤੋਂ ਸਿੱਧੀ ਕਰ ਦਿੰਦੇ ਆ। ਤੁਸੀਂ ਇੱਥੇ ਆ ਗਏ ਜੇ ਗੁਰਮੁਖੋ, ਬੱਚੇ ਜੇ ਸਾਡੇ, ਤੁਸੀਂ ਜਿਵੇਂ ਇੱਥੇ ਕੁਝ ਫੈਸਿਲਿਟੀਆਂ ਆਪਾਂ ਨੂੰ ਮਿਲਦੀਆਂ ਨੇ, ਜਾਂ ਫਿਰ ਆਪਾਂ ਵਿਕਸਿਤ ਦੇਸ਼ਾਂ 'ਚ ਆਏ ਆ, ਆਪਣਾ ਵਿਕਾਸਸ਼ੀਲ ਦੇਸ਼ ਸੀ, ਉੱਥੋਂ ਨਾਲੋਂ ਇੱਥੇ ਕੁਝ ਫਰਕ ਹੈ। ਇਹ ਫਰਕ ਦੋਵੇਂ ਪਾਸੇ ਚੱਲ ਸਕਦਾ। ਇਹਨੂੰ ਤੁਸੀਂ ਪ੍ਰਮਾਤਮਾ ਦਾ ਧੰਨਵਾਦ ਵੀ ਸਮਝ ਸਕਦੇ ਆ ਵੀ ਮਹਾਰਾਜ ਜੀ ਨੇ ਕਿਰਪਾ ਕੀਤੀ, ਆਪਾਂ ਇੱਥੇ ਆ ਗਏ ਆ ਭਾਈ। ਤੇ ਇਹ ਜਿਹੜੇ ਹੁਣ ਸੁੱਖ ਸਹੂਲਤਾਂ ਆਪਾਂ ਨੂੰ ਇੱਥੇ ਮਿਲੀਆਂ,
ਜੇ ਆਪਾਂ ਠੀਕ ਗੁਰਮੁਖਾਂ ਵਾਂਗ ਇੱਥੇ ਚੱਲਾਂਗੇ ਤੇ ਆਪਣੇ ਮਾਤਾ ਪਿਤਾ ਦਾ ਨਾਮ ਵੀ ਰੌਸ਼ਨ ਕਰਾਂਗੇ, ਆਪਾਂ ਜੀਵਨੀ ਵਿੱਚ ਸਫਲਤਾ ਵੀ ਪ੍ਰਾਪਤ ਕਰ ਲਵਾਂਗੇ, ਪੜ੍ਹਾਈ ਕਰਾਂਗੇ ਤੇ ਗੁਰੂ ਵੀ ਨਾਲ ਕਰਾਂਗੇ ਤੇ ਦੋਨੋਂ ਪਾਸੇ ਆਪਣੀ ਜ਼ਿੰਦਗੀ ਦੇ ਸਫਲ ਹੋ ਜਾਣਗੇ। ਪਰ ਕਈ ਵਾਰ ਇਦਾਂ ਵੀ ਹੋ ਜਾਂਦਾ ਹੁੰਦਾ ਵੀ ਜਦੋਂ ਅਚਾਨਕ ਆਪਾਂ ਕਿਸੇ ਜਿਹੜੀ ਸੁਪਨਿਆਂ ਦਾ ਦੇਸ਼ ਹੋਵੇ ਉੱਥੇ ਆ ਜਾਈਏ ਤੇ ਕਈ ਵਾਰ ਮੱਤ ਵਿਚਲਿਤ ਵੀ ਹੋ ਜਾਂਦੀ, ਕਿਉਂਕਿ ਥੋੜਾ ਜਿਹਾ ਆਪਣੇ ਨਾਲ ਉਹਨਾਂ ਦੇ ਕਲਚਰ ਦਾ ਫਰਕ ਵੀ ਹੈਗਾ ਤੇ ਜਿਹੜਾ ਮਨ ਉੱਤੇ ਅਸਰ ਵੀ ਪਾਉਂਦਾ। ਇਸ ਪ੍ਰਭਾਵ ਵਿੱਚ ਆ ਕੇ ਕਈ ਵਾਰ ਆਪਾਂ ਕੁਝ ਹੋਰ ਵੀ ਹਰਕਤਾਂ ਕਰ ਬੈਠਦੇ ਹਾਂ। ਇਹ ਮੈਂ ਤੁਹਾਨੂੰ ਜ਼ਰੂਰ ਬੇਨਤੀ ਕਰਾਂਗਾ ਗੁਰਮੁਖੋ, ਬਹੁਤ ਜ਼ਿਆਦਾ ਸੋਚ ਕੇ ਸੰਭਲ ਕੇ ਤੁਸੀਂ ਚੱਲਣਾ, ਜਿਸ ਨਾਲ ਤੁਹਾਡਾ ਤੇ ਤੁਹਾਡੇ ਮਾਤਾ ਪਿਤਾ ਦਾ ਵੀ ਨਾਮ ਰੌਸ਼ਨ ਹੋਵੇ, ਤੁਸੀਂ ਜ਼ਿੰਦਗੀ 'ਚ ਕਾਮਯਾਬ ਵੀ ਹੋਵੋ। ਕੋਈ ਐਸੀ ਗਲਤੀ ਇੱਕ ਕੀਤੀ ਹੋਵੇ ਤੇ ਮੁੜ ਕੇ ਕਈ ਵਾਰ ਸਾਰੀ ਜ਼ਿੰਦਗੀ ਪਛਤਾਉਣਾ ਪੈਂਦਾ। ਇਸ ਲਈ ਇਹ ਜ਼ਰੂਰ ਖਿਆਲ ਰੱਖਣਾ, ਕਿਉਂਕਿ ਬਹੁਤ ਖਰਚਾ ਕਰਕੇ ਤੁਹਾਡੇ ਮਾਤਾ ਪਿਤਾ ਨੇ ਤੁਹਾਨੂੰ ਇੱਥੇ ਭੇਜਿਆ ਤੇ ਆਗਿਆਕਾਰੀ ਬੱਚਿਆਂ ਦੀ ਤਰ੍ਹਾਂ ਇੱਥੇ ਵੀ ਤੁਸੀਂ ਵਿਚਰਨਾ। ਤੇ ਫਿਰ ਜਦੋਂ ਆਪਾਂ ਜਿੱਥੇ ਵਿਚਰਦੇ ਹੋਈਏ, ਠੀਕ ਹੈ ਆਪਣਾ ਇੱਕ ਰਾਈਟ ਹੁੰਦਾ, ਪਰ ਉਹਦੇ ਨਾਲ ਨਾਲ ਸਾਧ ਸੰਗਤ ਜੀ ਇੱਕ ਆਪਣਾ ਕਰਤੱਵ ਵੀ ਹੁੰਦਾ। ਜੇ ਆਪਾਂ ਆਪਣੇ ਕੋਲ ਕੁਝ ਅਧਿਕਾਰ ਹੈ ਤੇ ਦੂਸਰੇ ਬੰਨੇ ਆਪਣਾ ਕਰਤੱਵ ਵੀ ਕੁਝ ਹੈਗਾ। ਜੇ ਆਪਣੇ ਕੋਲ ਇੱਕ ਪਾਸੇ ਰਾਈਟ ਹੈ ਜੋ ਵੀ ਇੱਥੇ ਆਪਾਂ ਨੂੰ ਮਿਲਿਆ ਹੋਇਆ, ਪਰ ਦੂਸਰੇ ਬੰਨੇ ਆਪਣੀ ਕੋਈ ਡਿਊਟੀ ਵੀ ਹੈ। ਮੰਨ ਲਓ ਆਪਣਾ ਅਧਿਕਾਰ ਹੈ, ਆਪਾਂ ਵੀਕਐਂਡ ਤੇ ਸਪੀਕਰ ਲਾ ਸਕਦੇ ਹਾਂ ਜੀ, ਆਪਾਂ ਨੂੰ ਕੋਈ ਰੋਕੇਗਾ ਨਹੀਂ, ਇਹ ਰਾਈਟ ਹੈ ਆਪਣਾ ਇੱਥੇ। ਪਰ ਆਪਣਾ ਕਰਤੱਵ ਵੀ ਬਣ ਜਾਂਦਾ ਵੀ ਇੰਨੀ ਉੱਚੀ ਨਾ ਖੜਕਾ ਕਰੀਏ, ਕੋਈ ਲਾਗੇ ਬਿਮਾਰ ਹੋ ਸਕਦਾ, ਕੋਈ ਹੋਰ ਪੜ੍ਹਾਈ ਕਰਦਾ ਹੋ ਸਕਦਾ, ਕੋਈ ਬਜ਼ੁਰਗ ਕਿਸੇ ਦੀ ਨੀਂਦ ਵਿੱਚ ਖਲਲ ਪਾਈਏ, ਕਿਸੇ ਦੇ ਘਰ ਕੋਈ ਹੋਰ ਪ੍ਰੋਗਰਾਮ ਹੋ ਸਕਦਾ। ਠੀਕ ਹੈ ਆਪਣਾ ਰਾਈਟ ਹੈ, ਆਪਾਂ ਸਪੀਕਰ ਲਾ ਸਕਦੇ ਹਾਂ, ਡੀਜੇ ਵਜਾ ਸਕਦੇ ਹਾਂ, ਪਰ ਉਹਦੇ ਨਾਲ ਆਪਣਾ ਕਰਤੱਵ ਵੀ ਹੈਗਾ ਵੀ ਆਸਾ ਪਾਸਾ ਦੇਖੀਏ, ਕੋਈ ਡਿਸਟਰਬ ਤਾਂ ਨਹੀਂ ਹੁੰਦਾ ਸਾਡੇ ਕਰਕੇ। ਇਸੇ ਤਰ੍ਹਾਂ ਜੇ ਇੱਥੇ ਆਪਣੇ ਕੁਝ ਰਾਈਟ ਨੇ ਤੇ ਕੁਝ ਡਿਊਟੀ ਵੀ ਆਪਣੀ ਤੁਸੀਂ ਜ਼ਰੂਰ ਸਮਝਣੀ। ਇਹ ਨਹੀਂ ਕਹਿਣਾ ਮੈਨੂੰ ਨਹੀਂ ਰੋਕ ਸਕਦੇ ਜੀ, ਇੱਥੇ ਆਪਾਂ ਨੂੰ ਆਜ਼ਾਦੀ ਹੈ ਪਰ ਨਾਲ ਕੋਈ ਡਿਊਟੀ ਵੀ ਹੈ। ਫਿਰ ਦੂਸਰੀ ਗੱਲ, ਆਪਾਂ ਆਪਣਾ ਜਨਮ ਸਿੱਖਾਂ ਦੇ ਘਰੇ ਹੋਇਆ, ਵਿਸ਼ੇਸ਼ ਕਰਕੇ ਆਪਣੇ ਦੁਆਲੇ ਇੱਕ ਲਕੀਰ ਖਿੱਚੀ ਹੋਈ ਹੈ ਮਹਾਰਾਜ ਨੇ, ਉਹਨੂੰ ਨਹੀਂ ਆਪਾਂ ਕ੍ਰਾਸ ਕਰ ਸਕਦੇ। ਸਿੱਖ ਦਾ ਜੀਵਨ ਹੀ ਉਹ ਹੁੰਦਾ ਜਿਹੜਾ ਹੁਕਮ ਦੇ ਅੰਦਰ ਅੰਦਰ ਰਹਿੰਦਾ। ਇਸ ਲਈ ਗੁਰਮੁਖੋ ਮਹਾਰਾਜ ਦੇ ਬਚਨ ਨੇ, ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਵਿਦਿਆ ਦੀ ਵਿਚਾਰ ਕਰਨੀ ਹੈ ਤੇ ਭਲਾ ਪਰਉਪਕਾਰ ਨੇਕੀ ਇਹ ਚਿਤਵਣੀ ਹੈ। ਇਹ ਜ਼ਰੂਰ ਚੇਤੇ ਰੱਖਣਾ ਤੁਸੀਂ, ਜ਼ਰੂਰ ਹੀ। ਤੇ ਸਾਰਿਆਂ ਨਾਲ ਪ੍ਰੇਮ ਰੱਖਿਆ ਜੇ। ਬਹੁਤਾ ਤਾਂ ਮੈਂ ਤੁਹਾਨੂੰ ਕੀ ਆਖਣਾ, ਦੂਸਰੀ ਗੱਲ ਕਥਾ ਚੱਲਦੀ, ਮੈਂ ਤਾਂ ਬੇਨਤੀ ਕੀਤੀ ਕਿਉਂਕਿ ਚਲੋ ਬਚਨ ਆ ਗਿਆ ਵੀ ਜਿਹੜਾ ਸ਼ਰਧਾ ਨਾਲ ਗੁਰੂ ਘਰ ਆਉਂਦਾ ਗੁਰਮੁਖੋ, ਮਹਾਰਾਜ ਪੁੱਠੀ ਤੋਂ ਸਿੱਧੀ ਕਰ ਦਿੰਦੇ ਆ, ਰੇਖ 'ਚ ਮੇਖ ਮਾਰ ਦਿੰਦੇ ਆ, ਦੁੱਖ ਸੁੱਖ 'ਚ ਤਬਦੀਲ ਹੋ ਜਾਂਦਾ ਹੁੰਦਾ। ਤੇ ਤੁਸੀਂ ਜ਼ਰੂਰ ਜਿਹੜੇ ਤੁਹਾਡੇ 'ਚੋਂ ਅੰਮ੍ਰਿਤਧਾਰੀ ਨਹੀਂ, ਉਹ ਇੱਕ ਗੱਲ ਦੀ ਮੈਨੂੰ ਖੁਸ਼ੀ ਹੁੰਦੀ ਹੈ ਇੱਥੇ ਦੇਖਦਾ ਜਦੋਂ ਦਾ, ਕਿਉਂਕਿ ਮੈਨੂੰ ਬਹੁਤ ਸਾਲ ਹੋ ਗਏ ਇੱਥੇ ਆਉਂਦੇ ਨੂੰ, ਤੇ ਜਿੰਨੇ ਮੈਂ ਜਵਾਨ ਦੇਖਦਾ, ਇਹ ਨੌਜਵਾਨ ਪੜ੍ਹਨ ਆਏ ਨੇ, ਬਹੁਤਿਆਂ ਦੇ ਸਿਰਾਂ ਤੇ ਪੱਗਾਂ ਨੇ, ਦਸਤਾਰਾਂ ਨੇ, ਬਹੁਤ ਖੁਸ਼ੀ ਹੁੰਦੀ ਹੈ। ਜਿਨ੍ਹਾਂ ਦੇ ਨਹੀਂ ਹੈਗੀਆਂ ਗੁਰਮੁਖੋ, ਉਹ ਵੀ ਆਪਣੇ ਸਿਰ ਤੇ ਦਸਤਾਰ ਬੰਨਿਆ ਕਰੋ। ਇਹ ਆਪਣੀ ਪਛਾਣ ਹੈ, ਬਿਨਾਂ ਕਹੇ ਤੋਂ ਪਤਾ ਲੱਗ ਜਾਂਦਾ ਕਲਗੀਧਰ ਪਾਤਸ਼ਾਹ ਦਾ ਪੁੱਤਰ ਤੁਰਿਆ ਜਾਂਦਾ ਜੇ ਗੁਰਮੁਖੋ, ਬਿਨਾਂ ਆਖੇ ਤੋਂ। ਆਇਡੈਂਟੀਟੀ ਆ ਸਾਡੀ ਇਹ। ਫਿਰ ਕੇਸ ਰੱਖੋ ਆਪਣੇ। ਬਹੁਤਿਆਂ ਦੇ ਹੈਗੇ ਨੇ, ਜਿਨ੍ਹਾਂ ਦੇ ਨਹੀਂ ਹੈਗੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਰੱਖੋ, ਵਾਪਸ ਆਓ ਆਪਣੇ ਘਰ ਨੂੰ, ਅੰਮ੍ਰਿਤਧਾਰੀ ਹੋਵੋ, ਗੁਰੂ ਕਰੋ। ਜਿਵੇਂ ਅੱਜ ਤੁਸੀਂ ਮਹਾਰਾਜ ਦਾ ਆਸਰਾ ਲਿਆ, ਅੱਜ ਤੁਸੀਂ ਇੱਥੇ ਅਰਦਾਸ ਬੇਨਤੀ ਕੀਤੀ ਹੈ, ਸਾਰਿਆਂ ਨੇ ਇਕੱਤਰ ਹੋ ਕੇ ਅਗਾਂਹ ਵਾਸਤੇ ਵੀ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਹੀ ਆਸਰਾ ਲੈ ਕੇ ਚੱਲਣਾ, ਗੁਰੂ ਵਾਲੇ ਬਣਨਾ, ਗੁਰੂ ਜਪਣਾ, ਤੇ ਨਾਲ ਨਾਲ ਆਪਣੀ ਦੁਨਿਆਵੀ ਵਿੱਦਿਆ ਵੀ। ਇਹ ਸਿੱਕੇ ਦੇ ਦੋਵੇਂ ਪਾਸੇ ਹੁੰਦੇ ਆ। ਬਹੁਤ ਵਾਰ ਆਪਾਂ ਦੇਖਦੇ ਹਾਂ, ਠੀਕ ਹੈ ਸੰਸਾਰਿਕ ਤੌਰ ਤੇ ਬੰਦਾ ਕਾਮਯਾਬ ਹੋ ਜਾਂਦਾ, ਕੋਈ ਵੱਡੀ ਗੱਲ ਨਹੀਂ ਹੈਗੀ, ਪਰ ਮਹਾਰਾਜ ਜੀ ਦੇ ਬਚਨ ਜ਼ਰੂਰ ਚੇਤੇ ਰੱਖਿਓ। ਗੁਰੂ ਸਾਹਿਬ ਜੀ ਕਹਿੰਦੇ, ਅਤ ਸੁੰਦਰ ਕਲੀਨ ਚਤਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਕਹਿੰਦੇ ਬੰਦਾ ਬਹੁਤ ਜ਼ਿਆਦਾ ਵਿਦਵਾਨ ਹੋਵੇ, ਚੰਗੇ ਖਾਨਦਾਨ 'ਚ ਪੈਦਾ ਹੋਇਆ ਹੋਵੇ, ਬਹੁਤ ਸੁੰਦਰ ਹੋਵੇ, ਗੱਲਾਂ ਵੀ ਬੜੀਆਂ ਸੋਹਣੀਆਂ ਕਰ ਲੈਂਦਾ ਹੋਵੇ, ਜਨਰਲ ਨੌਲੇਜ ਵੀ ਉਹਦੀ ਬਹੁਤ ਜ਼ਿਆਦਾ ਹੋਵੇ, ਇਹ ਸਾਰਾ ਕੁਝ ਇੱਕ ਬੰਦੇ ਕੋਲੇ ਹੋਵੇ, ਪਰ ਜੇ ਮਹਾਰਾਜ ਜੀ ਦੇ ਚਰਨਾਂ ਦਾ ਪ੍ਰੇਮ ਨਾ ਹੋਵੇ ਤੇ ਮੁਰਦਾ ਹੀ ਤੁਰਿਆ ਫਿਰਦਾ। ਮਿਰਤਕ ਕਹੀਏ ਨਾਨਕਾ, ਡੈਡ ਬਾਡੀ, ਲਾਸ਼ ਬਦਬੂ ਮਾਰਦੀ ਜਿਹੜੀ, ਕੀ ਹੈ ਉਹ ਕਾਮਯਾਬੀ? ਮਹਾਰਾਜ ਨੇ ਉਸ ਕਾਮਯਾਬੀ ਨੂੰ ਕਾਮਯਾਬੀ ਨਹੀਂ ਜੇ ਮੰਨਿਆ। ਅਤ ਸੁੰਦਰ ਕੁਲੀਨ ਚਤਰ, ਬਹੁਤ ਸੁੰਦਰ ਹੋਵੇ, ਉੱਚੇ ਖਾਨਦਾਨ 'ਚ ਪੈਦਾ ਹੋਇਆ ਹੋਵੇ, ਜਿਸ ਖਾਨਦਾਨ ਦਾ ਲੋਕ ਵੈਸੇ ਹੀ ਸਤਿਕਾਰ ਕਰਦੇ ਹੋਣ, ਬਹੁਤ ਚਾਤਰ ਹੋਵੇ, ਮੁਖ ਗਿਆਨੀ ਧਨਵੰਤ, ਪੈਸੇ ਦੀ ਵੀ ਕੋਈ ਕਮੀ ਨਾ ਹੋਵੇ, ਇੰਨਾ ਕਾਮਯਾਬ ਹੋ ਜਾਵੇ, ਮੁਖੋਂ ਚੰਗੀਆਂ ਗੱਲਾਂ ਕਰ ਸਕਦਾ ਹੋਵੇ, ਪਰ ਮਹਾਰਾਜ ਵਾਲਾ ਪਾਸਾ ਬੰਦ ਹੋਵੇ, ਧਾਰਮਿਕ ਪਾਸਾ ਧਰਮ ਦਾ। ਗੁਰੂ ਸਾਹਿਬ ਜੀ ਕਹਿੰਦੇ ਲਾਸ਼ ਤੁਰੀ ਫਿਰਦੀ ਉਹ ਗੁਰਮੁਖੋ, ਕਿਸੇ ਕੰਮ ਨਹੀਂ ਹੈਗੀ, ਕਿਉਂਕਿ ਉਹ ਕਿਸੇ ਗਿਣਤੀ 'ਚ ਨਹੀਂ ਪੈਣਾ। ਚਕਾ ਚਾਹੁੰਦਾ ਆਪਾਂ ਨੂੰ ਥੋੜੀ ਦੇਰ ਲਈ ਆਪਣੇ ਮਨ ਨੂੰ ਪ੍ਰਸੰਨਤਾ ਦੇ ਸਕਦੀ ਹੈ, ਅਸਲ ਵਿੱਚ ਉਹੀ ਜ਼ਿੰਦਗੀ ਹੁੰਦੀ ਜਿਹੜੀ ਦੋਨਾਂ ਪਾਸਿਆਂ ਤੋਂ ਪੈਰਲਲ ਚੱਲੇ। ਆਪਾਂ ਸਮਾਜਿਕ ਤੌਰ ਤੇ ਵੀ ਆਨੰਦ ਮਾਣੀਏ, ਪਰ ਇੱਕ ਲਿਮਟ 'ਚ ਰਹਿ ਕੇ, ਗੁਰੂ ਸਾਹਿਬ ਜੀ ਦੇ ਹੁਕਮ 'ਚ ਰਹਿ ਕੇ, ਮਹਾਰਾਜ ਜੀ ਦੀ ਆਰਾਧਨਾ ਕਰਦੇ ਹੋਏ।
ਸੋ ਇਹ ਇੰਨੀਆਂ ਕਿ ਤੁਸੀਂ ਜ਼ਰੂਰ ਬੇਨਤੀਆਂ ਆਪਣਾ ਆਲਾ ਦੁਆਲੇ ਦਾ ਵੀ ਖਿਆਲ ਰੱਖੀਦਾ ਹੁੰਦਾ, ਜ਼ਰੂਰ ਚੇਤੇ ਰੱਖਣੀਆਂ, ਜਿਸ ਨਾਲ ਸਾਰੇ ਇਹ ਕਹਿਣ ਵੀ ਚੰਗੇ ਨੇ ਭਾਈ, ਇਹ ਚੰਗੇ ਨੇ ਭਾਈ, ਜਿਹੜੇ ਬੱਚੇ ਆਏ ਸਾਡੇ ਹੀ ਬੱਚੇ ਆ। ਸੱਚੀ ਗੱਲ ਹੈ, ਆਪਣੇ ਤੁਸੀਂ ਬੱਚੇ ਜੇ, ਪਰ ਜ਼ਰੂਰ ਸਿਆਣਪ ਨਾਲ ਮਹਾਰਾਜ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਚੱਲਣਾ, ਕਿਉਂਕਿ ਗੁਰੂ ਸਾਹਿਬ ਦਾ ਬਚਨ ਆ ਗਿਆ, ਜੇ ਕੋਈ ਸ਼ਰਧਾ ਰੱਖਦਾ ਮਹਾਰਾਜ ਦੇ ਚਰਨਾਂ 'ਚ, ਉਹਨਾਂ ਆਖਿਆ ਰਾਜਨ ਗੁਰੂ ਇਉਂ ਸਹਾਈ ਹੁੰਦਾ ਹੈ, ਉਹ ਪੁੱਠੀ ਤੋਂ ਸਿੱਧੀ ਕਰ ਸਕਦਾ ਹੈ। ਸੁਣ ਕੇ ਨਿਰਪ ਗਦ ਗਦ ਹੋਏ ਗਇਓ। ਸੁਣ ਕੇ ਮਹਾਰਾਜ ਜੀ ਦੇ ਬਚਨ ਤੇ ਉਹਦਾ ਸਾਰਾ ਸੰਸਾ ਜਿਹੜਾ ਸੀ, ਸਾਰਾ ਸ਼ੰਕਾ ਜਿਹੜਾ ਨਿਵਰਤ ਹੋ ਗਿਆ, ਗਦਗਦ ਹੋ ਗਿਆ। ਇੱਕ ਵਾਰੀ ਰਾਜਾ ਹੋ ਜੀ ਬੈਠੇ ਮਹਿਦ ਪ੍ਰੇਮ ਉਪਜਿਓ। ਕਹਿੰਦੇ ਬਹੁਤ ਜ਼ਿਆਦਾ ਪ੍ਰੇਮ ਉਹਦੇ ਮਨ ਵਿੱਚ ਆਇਆ, ਇੰਨਾ ਪ੍ਰੇਮ ਨੇ ਉਛਾਲਾ ਮਾਰਿਆ ਹੈ। ਬਹਿਓ ਨਾਇਣ ਤੇ ਅਸ਼ਰੂ ਪ੍ਰਵਾਹ। ਕਹਿੰਦੇ ਅੱਖਾਂ ਤੋਂ ਪਾਣੀ ਦਾ ਤਾਂ ਪ੍ਰਵਾਹ ਹੀ ਚੱਲ ਪਿਆ। ਹੁਣ ਇਹਨਾਂ ਬਰਾਗ ਦਾ ਜਲ ਛੁੱਟਿਆ ਰਾਜੇ ਦੀਆਂ ਅੱਖਾਂ ਤੋਂ, ਪਤਾ ਲੱਗ ਗਿਆ ਵੀ ਮੈਂ ਕਿੱਥੇ ਉਹ ਚੰਡਾਲ ਬਣ ਕੇ ਉਹ ਸਾਰਾ ਕੁਝ ਦੇਖਣਾ ਪੈਣਾ ਸੀ। ਮਹਾਰਾਜ ਨੇ ਹੱਥ ਦੇ ਕੇ ਰੱਖ ਲਿਆ ਹੈ। ਧਰਿਓ ਸੀਸ ਪਗ ਪੰਕਜ ਮਾਹੂ। ਮਹਾਰਾਜ ਜੀ ਦੇ ਚਰਨਾਂ ਉੱਤੇ ਆਪਣਾ ਸਿਰ ਹੀ ਰੱਖ ਦਿੱਤਾ ਰਾਜੇ ਨੇ, ਗੁਰੂ ਸਾਹਿਬ ਜੀ ਦੇ ਕਮਲ ਸਰੀਖੇ ਚਰਨਾਂ ਉੱਤੇ ਜੀ। ਧੰਨ ਧੰਨ ਸ਼੍ਰੀ ਸਤਿਗੁਰ ਅਰਜਨ। ਕਹਿਣ ਲੱਗਾ ਧੰਨ ਹੋ ਗੁਰੂ ਅਰਜਨ ਦੇਵ ਮਹਾਰਾਜ, ਧੰਨ ਹੋ ਤੁਸੀਂ, ਧੰਨ ਹੋ। ਮੈਂ ਕਹਿੰਦਾ ਇਹ ਵੀ ਮਹਾਰਾਜ ਨੇ ਕਲਾ ਵਰਤਾ ਦਿੱਤੀ, ਉਹਨੂੰ ਵਿਖਾਲ ਦਿੱਤਾ ਤੇ ਉਹ ਮੁੜਿਆ ਨਹੀਂ। ਤੇ ਜਿਵੇਂ ਮਨ 'ਚ ਮੱਥਾ ਟੇਕ ਕੇ ਸ਼ੰਕਾ ਪੈ ਗਿਆ ਸੀ, ਇੱਥੋਂ ਰੋੜੇ ਪਿਆ ਹੋਇਆ ਬੰਦਾ ਛੇਤੀ ਵਾਪਸ ਨਹੀਂ ਆਉਂਦਾ ਹੁੰਦਾ। ਜੇ ਮਨ 'ਚ ਸ਼ੰਕਾ ਪੈ ਜਾਵੇ ਗੁਰੂ ਸਾਹਿਬ ਜੀ ਨੂੰ, ਤਾਂ ਮੂਰਖਾਂ ਦਾ ਕੰਮ ਹੁੰਦਾ, ਜਿੱਥੇ ਮੱਥਾ ਟੇਕੀ ਉੱਥੇ ਸ਼ੱਕ ਕਰੀਏ। ਇਹ ਸਿਆਣੇ ਬੰਦਿਆਂ ਦਾ ਕੰਮ ਨਹੀਂ ਹੁੰਦਾ। ਸਲਾਮ ਜਵਾਬ ਦੋਨੋਂ ਕਰੇ, ਮੁੰਡੋ ਕੁੱਥਾ ਜਾਏ, ਮਹਾਰਾਜ ਜੀ ਦੇ ਬਚਨ ਹੈ। ਜੇ ਗੁਰੂ ਸਾਹਿਬ ਜੀ ਨੂੰ ਮੱਥਾ, ਬਸ ਇਹ ਚੇਤੇ ਰੱਖਣਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕਲਗੀਧਰ ਪਾਤਸ਼ਾਹ ਨੇ ਪ੍ਰਕਰਮਾ ਕਰਕੇ ਮੱਥਾ ਟੇਕ ਕੇ ਆਖਿਆ ਸੀ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਜਿਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਸਰੂਪ ਨੂੰ 10ਵੇਂ ਪਾਤਸ਼ਾਹ ਜੀ ਨੇ ਮੱਥਾ ਟੇਕ ਦਿੱਤਾ, ਆਪਾਂ ਉੱਥੇ ਮੱਥਾ ਟੇਕਿਆ, ਫਿਰ ਸ਼ੰਕੇ ਦੀ ਗੁੰਜਾਇਸ਼ ਨਹੀਂ ਹੈਗੀ ਗੁਰਮੁਖੋ। ਫਿਰ ਇੱਕ ਲੇਸ ਮਾਤਰ ਵੀ ਮਨ 'ਚ ਕੋਈ ਸ਼ੱਕ ਨਾ ਆਵੇ ਗੁਰੂ ਸਾਹਿਬ ਜੀ ਦੀ ਸਮਰੱਥਾ ਤੇ ਕਿਰਪਾ ਤੇ ਰਹਿਮਤ ਤੇ, ਸ਼ੱਕ ਨਹੀਂ ਆਉਣ ਦੇਣਾ ਚਾਹੀਦਾ। ਬਸ ਪ੍ਰੇਮ ਰੱਖਣਾ। ਉਹ ਸੁਣ ਕੇ ਮਹਾਰਾਜ ਜੀ ਨੇ, ਕਿਉਂਕਿ ਦਿਖਾਲ ਦਿੱਤਾ ਸੀ, ਉਹ ਵੀ ਉਹਨੇ ਦੇਖਿਆ ਸੀ, ਜੋ ਸੁਪਨੇ 'ਚ ਦੇਖਿਆ ਖੁੱਲੀਆਂ ਅੱਖਾਂ ਨਾਲ ਵੀ ਦੇਖ ਲਿਆ ਸੀ ਰਾਜੇ ਨੇ, ਤੇ ਅਸਲ ਜ਼ਿੰਦਗੀ ਵੀ ਉਹਦੇ ਸਾਹਮਣੇ ਸੀ। ਇਸ ਕਰਕੇ ਇੰਨਾ ਖੁਸ਼ ਹੋਇਆ ਮਹਾਰਾਜ, ਬਚਾ ਲਿਆ ਤੁਸੀਂ ਮੈਨੂੰ ਹੱਥ ਦੇ ਕੇ। ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ, ਇਉਂ ਆਖਣ ਲੱਗ ਪਿਆ ਜੀ। ਸਤਿਗੁਰ ਹੋਏ ਦਇਆਲ ਤਾਂ ਜਮ ਕਾ ਡਰ ਕੇ ਹਾ। ਸਤਿਗੁਰੂ ਜੀ ਦਿਆਲੂ ਹੋਣ ਤੇ ਗੁਰਮੁਖੋ ਜਮਾਂ ਤੋਂ ਬਚਾ ਲੈਂਦੇ ਨੇ। ਇੱਥੇ ਦੀ ਗੱਲ ਹੀ ਛੱਡੋ ਤੁਸੀਂ, ਇੱਥੇ ਤੇ ਮਹਾਰਾਜ ਜੀ ਨੇ ਧਰਤੀ ਦਾ ਚੱਪੇ ਚੱਪੇ ਤੇ ਉਹ ਧਰਤੀ ਪਵਿੱਤਰ ਕੀਤੀ ਆ, ਸਰੀਰ ਕਰਕੇ ਵਿਚਰੇ ਆ। ਜਿਹੜੀ ਅਦ੍ਰਿਸ਼ ਦੁਨੀਆ ਆਪਣੇ ਤੋਂ, ਜਿਹਦੇ ਬਾਰੇ ਸਿਰਫ ਆਪਾਂ ਬਾਣੀ ਚੋਂ ਸੁਣ ਕੇ ਯਕੀਨ ਕਰਦੇ ਆ, ਆਪਣੀ ਪਹੁੰਚ ਤੋਂ ਉਵੇਂ ਪਰੇ ਆ, ਉੱਥੇ ਪਰਲੋਕ ਵਿੱਚ ਵੀ ਗੁਰੂ ਸਾਹਿਬ ਜੀ ਜਮਾਂ ਦੀ ਮਾਰ ਤੋਂ ਬਚਾ ਲੈਂਦੇ ਹਨ ਹੱਥ ਦੇ ਕੇ। ਮੈਂ ਅਤ ਦੀਨ ਪਰਿਓ ਦਰਬਾਰ। ਕਹਿਣ ਲੱਗਾ ਮਹਾਰਾਜ ਮੈਂ ਬਿਲਕੁਲ ਦੀਨ ਹੋ ਕੇ ਆਪ ਜੀ ਦੇ ਦਰਬਾਰ ਤੇ ਇਸ ਵੇਲੇ ਡਿੱਗਾ ਹਾਂ। ਗਹੋ ਬਾਹਾਂ ਕੀ ਜਹ ਭਾਵ ਪਾਰ। ਮਹਾਰਾਜ ਹੁਣ ਮੇਰੀ ਬਾਹ ਫੜ ਲਓ ਤੇ ਮੈਨੂੰ ਭਵ ਸਾਗਰ ਤੋਂ ਕਿਰਪਾ ਕਰਕੇ ਪਾਰ ਕਰ ਦਿਓ ਜੀ। ਤੁਮ ਸਮ ਗੁਰੂ ਪਾਏ ਹਾਂ ਕਹਾਂ। ਮਹਾਰਾਜ ਤੁਹਾਡੇ ਵਰਗਾ ਸਮਰੱਥ ਗੁਰੂ ਕਿੱਥੋਂ ਲੱਭੇਗਾ ਮੈਨੂੰ। ਜਨਮ ਮਰਨ ਕਾਟੋ ਦੁਖ ਮਹਾ। ਮਹਾਰਾਜ ਮੇਰਾ ਜਨਮ ਮਰਨ ਦਾ ਵੱਡਾ ਦੁੱਖ ਕਿਰਪਾ ਕਰਕੇ ਕੱਟ ਦਿਓ ਜੀ। ਨੇ ਚਰਣਾ ਅੰਮ੍ਰਿਤ ਮੁਝ ਕੋ ਦੇਹੋ। ਮਹਾਰਾਜ ਆਪਣੀ ਚਰਨਾਮਤ ਮੈਨੂੰ ਦਿਓ। ਪਹਿਲਾਂ ਦੇਖੋ ਚਰਨਾਮਤ ਹੋਰ ਕਿਤੇੋਂ ਲੈਂਦਾ ਸੀ, ਸਾਰੇ ਸ਼ਹਿਰ ਨੂੰ, ਸਾਰੇ ਰਾਜ ਨੂੰ ਉਹਨੇ ਹੁਕਮ ਕੀਤਾ ਸੀ ਵੀ ਜਨਮ ਅਸ਼ਟਮੀ ਦੀ ਰਾਤ ਵਰਤ ਰੱਖਣਾ, ਜੇ ਸਵੇਰੇ ਪਹਿਲਾਂ ਜਾ ਕੇ ਤੁਸੀਂ ਸਾਲਗ੍ਰਾਮ ਦੀ ਪੂਜਾ ਕਰਨੀ, ਉੱਥੋਂ ਚਰਨਾਮਤ ਲੈਣੀ ਆ। ਹੁਣ ਤਰਲੇ ਲੈ ਰਿਹਾ ਮਹਾਰਾਜ, ਇੱਥੋਂ ਆਪਣੇ ਕੋਲੋਂ ਚਰਨਾਮਤ ਦਿਓ ਮੈਨੂੰ, ਕਿਰਪਾ ਕਰੋ ਮੇਰੇ ਤੇ। ਸੁਧ ਆਪਨੋ ਸਿਹ ਕਰ ਲਿਓ। ਤੇ ਮਹਾਰਾਜ ਸੁਧ ਆਪਣੋ ਸਿੱਖ ਕਰ। ਮਹਾਰਾਜ ਆਪਣਾ ਤੁਸੀਂ ਮੈਨੂੰ ਚੰਗਾ ਵਧੀਆ ਨਿਰੋਲ ਪਵਿੱਤਰ ਜਿਹੜਾ ਤੁਹਾਨੂੰ ਮੰਨਣ ਵਾਲਾ ਐਸਾ ਸਿੱਖ ਬਣਾ ਲਵੋ ਜੀ। ਸ਼ਰਧਾ ਅਚਲ ਦੇਖ ਸ਼੍ਰੀ ਅਰਜਨ। ਉਹਦੇ ਮਨ ਦਾ ਸੰਸਾ ਦੂਰ ਹੋਇਆ ਦੇਖ ਕੇ, ਉਹਦੇ ਮਨ ਵਿੱਚ ਬਹੁਤ ਸ਼ਰਧਾ ਆਈ ਹੋਈ ਦੇਖ ਕੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ। ਸੰਸੇ ਮਿਟ ਗਇਓ ਅਬ ਸੁਧ ਮਨ। ਸੋ ਹੁਣ ਸੰਸਾ ਮਿਟ ਗਿਆ ਸੀ। ਮਹਾਰਾਜ ਨੇ ਦੇਖ ਲਿਆ ਕਿ ਇਹਦਾ ਮਨ ਸ਼ੁੱਧ ਹੋ ਗਿਆ, ਪਵਿੱਤਰ ਹੋ ਗਿਆ ਹੈ। ਤਬ ਜਲ ਕੋ ਮੰਗਵਾਏ ਸੁਨੀਨ। ਮਹਾਰਾਜ ਜੀ ਨੇ ਉਸ ਵੇਲੇ ਸਿੱਖਾਂ ਨੂੰ ਹੁਕਮ ਕਰਕੇ ਜਲ ਮੰਗਵਾਇਆ ਜੀ। ਪਦ ਅਰਬਿੰਦ ਪਖਾਰਨ ਕੀ। ਮਹਾਰਾਜ ਜੀ ਨੇ ਫਿਰ ਚਰਨਾਮ੍ਰਿਤ ਤਿਆਰ ਕੀਤੀ ਜੀ ਉਹਨੂੰ ਦੇਣ ਵਾਸਤੇ। ਸਹਿਤ ਭਾਰ ਜਾ ਭੂਪਤ ਪੀਵਾ। ਕਹਿੰਦੇ ਆਪਣੀ ਰਾਣੀ ਸਮੇਤ ਰਾਜੇ ਨੇ ਫਿਰ ਸਿੱਖੀ ਧਾਰਨ ਕੀਤੀ, ਉਹ ਚਰਨਾਮ੍ਰਿਤ ਲਈ ਪੰਜਵੇਂ ਪਾਤਸ਼ਾਹ ਜੀ ਤੋਂ। ਸਤਿਗੁਰ ਕੋ ਸਿੱਖ ਮਨ ਤੇ ਥੀਵਾ। ਹੁਣ ਮਨ ਕਰਕੇ ਗੁਰੂ ਸਾਹਿਬ ਜੀ ਦਾ ਸਿੱਖ ਹੋ ਗਿਆ। ਇਹ ਨਹੀਂ ਵੀ ਉੱਪਰੋਂ ਦਿਖਾਵੇ ਦਾ ਸਿੱਖ ਨਹੀਂ, ਉੱਪਰੋਂ ਵੀ ਦੋਨੋਂ ਪਾਸਿਓਂ ਹੀ, ਮਨ ਕਰਕੇ ਵੀ ਤਨ ਕਰਕੇ ਵੀ ਪੰਜਵੇਂ ਪਾਤਸ਼ਾਹ ਜੀ ਦੀ ਸਿੱਖੀ ਧਾਰਨ ਕੀਤੀ ਜੀ। ਤਬ ਭਾਈ ਕਲਿਆਣ ਬੁਲਾਇਓ। ਕਹਿੰਦੇ ਉਸ ਵੇਲੇ ਫਿਰ ਮਹਾਰਾਜ ਜੀ ਨੇ ਭਾਈ ਕਲਿਆਣਾ ਜੀ ਨੂੰ ਸੱਦਿਆ ਜੀ। ਇਹ ਉਪਕਾਰੀ ਤੁਝ ਕੋ ਲਿਆਇਓ। ਰਾਜੇ ਨੂੰ ਮਹਾਰਾਜ ਕਹਿਣ ਲੱਗੇ ਵੀ ਵੇਖ ਲੈ ਗੁਰਮੁਖਾ, ਇਹ ਪਰਉਪਕਾਰ ਤੇਰੇ ਤੇ ਭਾਈ ਕਲਿਆਣੇ ਨੇ ਕੀਤਾ। ਇਹ ਤੇਰੇ ਕੋਲੇ ਗਿਆ ਸੀ, ਉੱਥੇ ਸਬੱਬ ਬਣਿਆ, ਇਹ ਤੈਨੂੰ ਲੈ ਕੇ ਆਇਆ ਇੱਥੇ। ਇਸ ਕੋ ਪੂਜਨ ਕਰੋ ਵਿਸ਼ੇਸ਼। ਮਹਾਰਾਜ ਨੇ ਆਖਿਆ ਤੂੰ ਇਹਦੀ ਪੂਜਾ ਕਰਿਆ ਕਰਨੀ, ਭਾਈ ਕਲਿਆਣੇ ਦਾ ਸਤਿਕਾਰ ਕਰਿਆ ਕਰਨਾ ਹੈ, ਵਿਸ਼ੇਸ਼ ਕਰਕੇ ਸਤਿਕਾਰ ਕਰਨਾ
ਹੈ। ਸੁਣ ਸ੍ਰੀ ਗੁਰ ਕੇ ਬਾਕ ਨਰੇਸ਼। ਉਹ ਰਾਜੇ ਨੇ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਾਰੇ ਬਚਨ ਸੁਣੇ ਤਾਂ ਜੀ ਕਹਿਤ ਪਇਓ ਇਹ ਮੇਰੋ ਈਸ਼। ਕਹਿਣ ਲੱਗਾ ਮਹਾਰਾਜ ਇਹ ਭਾਈ ਕਲਿਆਣਾ ਮੇਰੇ ਵਾਸਤੇ ਈਸ਼ਵਰ ਦਾ ਸਰੂਪ ਹੈ, ਇਹੀ ਮੇਰਾ ਇਸ਼ਟ ਹੈ, ਤੁਸੀਂ ਸਮਝੋ ਜੀ। ਔਰ ਸਿਮਰਾਂ ਮੈਂ ਧਰ ਪਦ ਸੀਸ। ਮਹਾਰਾਜ ਮੈਂ ਇਹਨੂੰ ਸਿਮਰਿਆ ਕਰਾਂਗਾ, ਇਹਨੂੰ ਚੇਤੇ ਕਰਿਆ ਕਰਾਂਗਾ, ਰੋਜ਼ ਸਵੇਰੇ ਉੱਠ ਕੇ ਭਾਈ ਕਲਿਆਣੇ ਦੇ ਚਰਨਾਂ ਤੇ ਮੱਥਾ ਟੇਕਿਆ ਕਰਾਂਗਾ ਜੀ। ਇਸ ਕੋ ਮੈਂ ਆਪਣੇ ਸੰਗ ਕਰਕੇ। ਪਰ ਮਹਾਰਾਜ ਮੈਂ ਚਾਹੁੰਦਾ ਇਹਨੂੰ ਮੈਂ ਆਪਣੇ ਨਾਲ ਲੈ ਜਾਵਾਂ ਤੁਹਾਡੀ ਆਗਿਆ ਲੈ ਕੇ। ਗਮਨੋ ਸਦਨ ਜਬ ਹੈ ਹਿਤ ਧਰ ਕੇ। ਮਹਾਰਾਜ ਜਦੋਂ ਮੈਂ ਆਪਣੇ ਘਰ ਨੂੰ ਜਾਵਾਂ ਤੇ ਜੇ ਤੁਸੀਂ ਆਗਿਆ ਦੇ ਦੇਵੋ ਤੇ ਮੈਂ ਭਾਈ ਕਲਿਆਣਾ ਜੀ ਨੂੰ ਆਪਣੇ ਨਾਲ ਲੈ ਜਾਵਾਂ ਜੀ। ਲੈ ਜਾਵਾਂ ਉਪਹਾਰ ਪਠਾਵਾਂ। ਕਿਉਂ ਮਹਾਰਾਜ ਇਹਨੂੰ ਲੈ ਕੇ ਜਾਵਾਂਗਾ ਤੇ ਫਿਰ ਇਹਦੇ ਹੱਥ ਮੈਂ ਆਪ ਜੀ ਦੇ ਇੱਥੇ ਸਰੋਵਰ ਤੇ ਲੱਗਣ ਵਾਸਤੇ ਬਹੁਤ ਸਾਰੀ ਮਾਇਆ ਮੈਂ ਚਾਹੁੰਦਾ ਤੁਸੀਂ ਸਫਲੀ ਕਰੋ, ਭੇਜਾਂਗਾ ਜੀ। ਭਾਵ ਵਿਸਾਲ ਕਰਉ ਹਰ ਖਾਮ। ਮਹਾਰਾਜ ਇਉਂ ਮੇਰਾ ਪ੍ਰੇਮ ਬਣਿਆ ਰਹੇਗਾ ਜੇ ਭਾਈ ਕਲਿਆਣਾ ਜੀ ਮੇਰੇ ਕੋਲ ਆਉਂਦੇ ਜਾਂਦੇ ਰਹਿਣਗੇ ਤਾਂ ਜੀ। ਕੇਤਕ ਦਿਨ ਸਤਿਗੁਰ ਕੇ ਤੀਰ। ਕੁਝ ਕੁ ਦਿਨ ਫਿਰ ਇਉਂ ਉਹ ਰਾਜਾ ਜਿਹੜਾ ਸੀ ਜੀ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲੇ ਰਿਹਾ। ਰਹਿਤ ਪਇਓ ਭੂਪਤ ਮਤ ਤੀਰ। ਬਹੁਤ ਚੰਗੀ ਮਤ ਵਾਲਾ, ਕਿਉਂਕਿ ਹੁਣ ਮਨ ਦਾ ਸ਼ੰਕਾ ਜਿਹੜਾ ਭਰਮ ਸੀ ਸਾਰਾ ਨਿਵਰਤ ਹੋ ਗਿਆ। ਉਹ ਰਿਹਾ ਮਹਾਰਾਜ ਜੀ ਦੇ ਕੋਲੇ। ਬਹੁਤ ਭਾਂਤ ਕੇ ਸੁਣੇ ਉਪਦੇਸ਼। ਕਈ ਪ੍ਰਕਾਰ ਦੇ ਉਪਦੇਸ਼ ਰੋਜ਼ ਸੱਚੇ ਪਾਤਸ਼ਾਹ ਜੀ ਤੋਂ ਆਪਣੇ ਭਲੇ ਦੇ ਸੁਣਦਾ ਹੈ। ਪ੍ਰਭ ਕਾ ਸਿਮਰਨ ਕਰੇ ਹਮੇਸ਼। ਮਹਾਰਾਜ ਜੀ ਦਾ ਸਿਮਰਨ ਕਰਨ ਲੱਗ ਪਿਆ ਹਮੇਸ਼ਾ ਜੀ। ਅੰਮ੍ਰਿਤਸਰ ਕਰਬੇ ਅਬਿਲਖ। ਇਧਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਹੁਣ ਸਰੋਵਰ ਦੀ ਕਾਰ ਸੇਵਾ ਸ਼ੁਰੂ ਕਰਵਾਉਣੀ ਚਾਹੁੰਦੇ ਹਨ, ਜੋ ਚੌਥੇ ਪਾਤਸ਼ਾਹ ਜੀ ਨੇ ਹੁਕਮ ਲਾਇਆ ਹੈ। ਨਿਤਾ ਪ੍ਰਤ ਤਰਹਿ ਪਿਤਾ ਜਿਮ ਭਖ। ਜਿਵੇਂ ਪਿਤਾ ਸਤਿਗੁਰੂ ਜੀ ਨੇ ਬਚਨ ਕੀਤਾ ਸੀ, ਹੁਣ ਪੰਜਵੇਂ ਪਾਤਸ਼ਾਹ ਜੀ ਚਾਹੁੰਦੇ ਜਿੰਨੀ ਛੇਤੀ ਹੋ ਸਕੇ ਉਹ ਸੇਵਾ ਸ਼ੁਰੂ ਹੋ ਜਾਵੇ ਜੀ। ਬਹੁ ਦਿਨ ਰਹਿ ਨਿਰਪ ਰੁਖ ਸਦ ਚਾਹੈ। ਕੁਝ ਦਿਨਾਂ ਬਾਅਦ ਫਿਰ ਆਗਿਆ ਮੰਗੀ ਰਾਜੇ ਨੇ ਵਾਪਸ ਜਾਣ ਵਾਸਤੇ। ਹੱਥ ਜੋੜ ਸਤਿਗੁਰ ਸੋ ਕਹੈ। ਹੱਥ ਜੋੜ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਇਦਾਂ ਆਖਣ ਲੱਗਾ ਜੀ। ਮੋਹਿ ਦਰਬਲੇ ਕਰ ਨਿਜ ਹਾਥ। ਸੋ ਕਹਿਣ ਲੱਗਾ ਮਹਾਰਾਜ ਮੇਰਾ ਹੱਥ ਆਪਣੇ ਹੱਥ ਵਿੱਚ ਫੜ ਲਓ ਜੀ ਤੇ ਇਹ ਕਿਰਪਾ ਕਰੋ ਜਿੰਨੀ ਮੇਰੀ ਵਿਭੂਤੀ ਹੈ ਸਾਰੀ ਆਪ ਜੀ ਦੀ ਦਿੱਤੀ ਹੋਈ ਹੈ, ਮੈਂ ਉਹਦੇ ਵਿੱਚੋਂ ਜਿੰਨੀ ਕੁ ਸਫਲੀ ਕਰਨ ਵਾਸਤੇ ਸਰੋਵਰ ਦੀ ਸੇਵਾ ਵਾਸਤੇ ਦੇਵਾਂ, ਇੱਕ ਵਾਰ ਮੇਰੀ ਭੇਜੀ ਹੋਈ ਉਹ ਮਾਇਆ ਆਪ ਜੀ ਆਪਣੇ ਹੱਥਾਂ 'ਚ ਫੜ ਲਿਓ ਜੀ। ਕਰਹੁ ਸਕਾਰਥ ਸ੍ਰੀ ਗੁਰਨਾਥ। ਤੇ ਮਹਾਰਾਜ ਉਹਦੇ ਨਾਲ ਮੇਰੀ ਸਾਰੀ ਮਾਇਆ ਜਿੰਨੀ ਵੀ ਹੈ, ਕਿਉਂਕਿ ਸਾਰਾ ਰਾਜ ਮੇਰਾ ਉਹ ਸੁਖ ਭੋਗੇਗਾ, ਮੇਰੀ ਸਾਰੀ ਮਾਇਆ ਸਫਲੀ ਹੋ ਜਾਵੇਗੀ ਜੀ। ਉਹ ਸੁੰਦਰ ਤਲ ਕੋ ਅਵਲੋਕ। ਮਹਾਰਾਜ ਮੈਂ ਚਾਹੁੰਦਾ ਬਹੁਤ ਹੀ ਸੁੰਦਰ ਸਰੋਵਰ ਆਪ ਜੀ ਬਣਾਓ ਜਿਸ ਵਿੱਚ ਸੁੰਦਰ ਪਵਿੱਤਰ ਜਲ ਰੋਕਿਆ ਜਾਵੇ। ਰਚਹੁ ਤਾਲ ਨਿਰਮਲ ਜਲ ਰੋਕ। ਮਹਾਰਾਜ ਸੁੰਦਰ ਜਲ ਨੂੰ ਰੋਕ ਕੇ ਤੇ ਤੁਸੀਂ ਤਾਲ ਨੂੰ ਸੰਪੂਰਨ ਕਰਾਓ, ਮੈਂ ਚਾਹੁੰਦਾ ਮੇਰਾ ਵੀ ਉਹਦੇ ਵਿੱਚ ਹਿੱਸਾ ਪੈ ਜਾਵੇ ਜੀ। ਮੋਹਿ ਭਾਵਨੀ ਐਸੀ ਹੈ। ਮਹਾਰਾਜ ਇਹ ਮੇਰੇ ਮਨ ਦੀ ਭਾਵਨਾ ਹੈ ਜੀ। ਰਾਵਰ ਕੀ ਮਰਜੀ ਹਮ ਚਾਹੈ। ਮਹਾਰਾਜ ਫਿਰ ਵੀ ਅਸੀਂ ਆਪ ਜੀ ਦੀ ਆਗਿਆ ਦੇ ਅੰਦਰ ਹਾਂ, ਜਿਵੇਂ ਆਪ ਜੀ ਹੁਕਮ ਕਰਦੇ ਹੋ। ਸੁਣ ਸ੍ਰੀ ਅਰਜਨ ਕਹੈ ਤਿਸ ਬੇਰ। ਉਹਦੀ ਪ੍ਰੇਮ ਵਿੱਚ ਭਿੱਜੀ ਹੋਈ ਬੇਨਤੀ ਸੁਣ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਨ ਲੱਗੇ ਹਨ। ਹਿਮ ਸ੍ਰੀ ਨਾਨਕ ਤੋਬ ਮਨ ਫੇਰ। ਆਖਿਆ ਗੁਰਮੁਖਾ ਇਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੇਰਾ ਮਨ ਫੇਰਿਆ ਹੈ, ਇਹ ਤੇਰੇ ਮਨ ਵਿੱਚ ਮਹਾਰਾਜ ਵਸੇ, ਤੂੰ ਇੱਥੇ ਆਇਆ, ਫਿਰ ਹੁਣ ਤੇਰੀ ਸ਼ਰਧਾ ਬਣੀ ਹੈ, ਤੇਰਾ ਭਲਾ ਹੋ ਗਿਆ ਹੈ। ਸ੍ਰੀ ਅੰਮ੍ਰਿਤਸਰ ਤੀਰਥ ਭਾਰੀ। ਇਹ ਅੰਮ੍ਰਿਤਸਰ ਜਿਹੜਾ ਨਾ ਬਹੁਤ ਵੱਡਾ ਤੀਰਥ ਪ੍ਰਗਟ ਹੋਵੇਗਾ। ਇਹ ਤਿਸ ਕਰਬੇ ਕੋ ਇਸ਼ ਹਮਾਰੀ। ਸਾਡੀ ਇੱਛਾ ਵੀ ਜਿੰਨੀ ਛੇਤੀ ਹੋ ਸਕੇ ਹੁਣ ਅਸੀਂ ਸਰੋਵਰ ਤੇ ਫਿਰ ਉਹਦੇ ਵਿੱਚ ਹਰਮੰਦਰ ਸਾਹਿਬ ਬਣਾਈਏ। ਜੇ ਤਗ ਦਰਬ ਪਠਹਿਗੋ ਇਹਾਂ। ਜਿੰਨਾ ਤੂੰ ਧਨ ਭੇਜ ਦੇਵੇਂਗਾ ਇੱਥੇ ਇਸ ਕਾਰਜ ਵਾਸਤੇ, ਇਹ ਸਰ ਪਰ ਹਮਲਾ ਮਹਿ ਮਹਾ। ਇਹ ਸਾਰੀ ਤੇਰੀ ਸੇਵਾ ਅਸੀਂ ਸਰੋਵਰ ਦੀ ਖੁਦਾਈ ਤੇ ਉਹਦੀ ਪੌੜ ਪੱਕੇ ਕਰਾਉਣ ਤੇ ਹਰਮੰਦਰ ਸਾਹਿਬ ਬਣਾਉਣ ਤੇ ਉਹਦੇ ਵਿੱਚ ਖਰਚ ਕਰਾਂਗੇ ਅਸੀਂ। ਦਰਬ ਸਕਾਰਥ ਹੋਏ ਤੁਮਾਰਾ। ਮਹਾਰਾਜ ਸਕਾਰਥ ਹੁੰਦਾ ਸਫਲਾ। ਮਹਾਰਾਜ ਕਹਿਣ ਲੱਗੇ ਤੇਰਾ ਸਾਰਾ ਹੀ ਧਨ ਸਫਲਾ ਹੋ ਜਾਵੇਗਾ ਜੇ ਤੂੰ ਇੱਥੇ ਸੇਵਾ ਵਿੱਚ ਮਾਇਆ ਭੇਜ ਦੇਵੇਂਗਾ। ਲੋਕਨ ਪਰ ਅਤਸ਼ੈ ਉਪਕਾਰ। ਇਹ ਤੇਰਾ ਬਹੁਤ ਵੱਡਾ ਪਰਉਪਕਾਰ ਹੋਵੇਗਾ ਸੰਗਤਾਂ ਦੇ ਉੱਪਰ, ਕਿਉਂਕਿ ਤੀਰਥ ਪ੍ਰਗਟ ਹੋਣਾ ਹੈ। ਤੇ ਅੱਗੇ ਵੀ ਆਪਾਂ ਚੱਲਦੇ ਚੱਲਦੇ ਸਾਧ ਸੰਗਤ ਜੀ ਸਮੇਂ ਸਮੇਂ ਅਨੁਸਾਰ ਬੇਨਤੀ ਕਰਦੇ ਰਹੇ। ਗੁਰਮੁਖੋ ਆਪਣੀ ਆਪਣੀ ਮੱਤ ਹੁੰਦੀ ਹੈ, ਕਈਆਂ ਦਾ ਹਿਰਦਾ ਅੰਦਰੋਂ ਖੁਸ਼ਕ ਹੁੰਦਾ ਤੇ ਉਹਨਾਂ ਵਾਸਤੇ ਸਾਰਾ ਕੋਈ ਮਹਾਰਾਜ ਕਹਿੰਦੇ ਰੋਗੀ ਕੇ ਭਾਣੇ ਸਭ ਰੋਗੀ। ਜਿਹੜਾ ਬੰਦਾ ਆਪ ਅੰਦਰੋਂ ਕਾਲਾ ਹੁੰਦਾ ਉਹਨੂੰ ਐਂ ਲੱਗਦਾ ਸਾਰੀ ਦੁਨੀਆ ਕਾਲਖ ਦੀ ਭਰੀ ਆ, ਮੈਨੂੰ ਇਕੱਲੇ ਨੂੰ ਆਖੀ ਜਾਂਦੇ ਆ। ਜਿਹੜਾ ਆਪ ਗੁਰਮੁਖ ਹੁੰਦਾ ਉਹਨੂੰ ਐਂ ਲੱਗਦਾ ਸਾਰੇ ਗੁਰਮੁਖੀ ਤੁਰੇ ਫਿਰਦੇ ਹੋ, ਮੈਂ ਹੀ ਨਹੀਂ ਚੰਗਾ ਗੁਰਮੁਖੋ, ਮੇਰੇ ਤੋਂ ਸਾਰੇ ਚੰਗੇ ਨੇ। ਆਪਣੇ ਆਪਣੇ ਸੰਸਕਾਰਾਂ ਅਨੁਸਾਰ ਸੋਚ ਕੰਮ ਕਰਦੀ ਹੈ। ਜਦੋਂ ਅੰਦਰ ਖੁਸ਼ਕ ਹੋ ਜਾਂਦਾ ਜਾਂ ਬੰਦੇ ਦੀ ਮੱਤ ਮਾਰੀ ਜਾਂਦੀ, ਫਿਰ ਉਹ ਏਡੇ ਵੱਡੇ ਤੀਰਥ ਜਿਹੜਾ ਗੁਰੂ ਸਾਹਿਬ ਜੀ ਦੇ ਆਪਣੇ ਕਰ ਕਮਲਾਂ ਨਾਲ ਜਿਹਦਾ ਟੱਕ ਲਾਇਆ ਹੋਵੇ, ਸੇਵਾ ਕੀਤੀ ਹੋਵੇ, ਪੌੜੀਆਂ ਪੱਕੀਆਂ ਕੀਤੀਆਂ ਹੋਣ, ਹਰਮੰਦਰ ਸਾਹਿਬ ਦਾ ਆਪ ਹੀ ਨਕਸ਼ਾ ਤਿਆਰ ਕਰਕੇ ਆਪ ਕੋਲ ਖਲੋ ਕੇ ਸਾਰਾ ਬਣਾਇਆ ਹੋਵੇ, ਆਪ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਲਿਖਵਾਇਆ ਹੋਵੇ, ਆਪ ਹੀ ਉਹਦੇ 'ਚ ਪ੍ਰਕਾਸ਼ ਕੀਤਾ ਹੋਵੇ, ਤੇ ਉਹਦੇ ਉੱਤੇ ਵੀ ਆਪਾਂ ਨੂੰ ਸ਼ੰਕੇ ਫੁਰਦੇ ਫਿਰ ਆਪਾਂ ਕਿੰਤੂ ਪਰੰਤੂ ਕਰਦੇ ਇਹ ਕਿ ਜੀ ਪਾਣੀ ਆ ਜੀ, ਪਾਣੀ 'ਚ ਨਹਾਤਿਆਂ ਕਿਵੇਂ ਹੋ ਜਾਏਗਾ, ਕੁਝ ਫਰਕ ਪੈ ਜਾਏਗਾ। ਉਹ ਫਰਕ ਗੁਰਮੁਖੋ ਪਾਣੀ ਕਰਕੇ ਨਹੀਂ ਪੈਣਾ, ਬਾਣੀ ਕਰਕੇ ਪੈਣਾ। ਜਿਹੜੀ ਮਹਾਰਾਜ ਦੇ ਮੁਖ ਤੋਂ ਬਚਨ ਨਿਕਲਿਆ ਉਹਨੇ ਫਰਕ ਪਾਉਣਾ ਹੁੰਦਾ।
ਜੇ ਗੁਰੂ ਸਾਹਿਬ ਜੀ ਨੇ ਬਚਨ ਕਰ ਦਿੱਤਾ, ਦੁਨੀਆ ਦੀ ਕੋਈ ਵੀ ਤਾਕਤ ਉਹਨੂੰ ਰੋਕ ਨਹੀਂ ਸਕਦੀ। ਕਿਉਂਕਿ ਸਮਝ ਆਪਣੀ ਆਪਣੀ ਹੁੰਦੀ ਆ। ਉਹ ਗਿਆਨੀ ਜੀ ਇੱਕ ਵਾਰੀ ਬੰਬੇ ਕਥਾ ਕਰਦੇ ਸੀ, 1 ਮਿੰਟ 'ਚ ਮੈਂ ਕਹਿ ਕੇ ਅੱਗੇ ਚੱਲਦਾ। ਤੇ 5ਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਦਾ ਪ੍ਰਸੰਗ ਚੱਲਦਾ। ਉਹਨਾਂ ਨੇ ਆਖਿਆ 5ਵੇਂ ਪਾਤਸ਼ਾਹ ਤੱਤੀ ਤਵੀ ਤੇ ਬੈਠੇ, ਸੀ ਨਹੀਂ ਕੀਤੀ। ਉਹ ਆਖਿਆ ਤੇਰਾ ਕੀ ਆ, ਮੀਠਾ ਲੱਗ ਗਿਆ। ਫਿਰ ਅਗਲੇ ਦਿਨ ਮਹਾਰਾਜ ਜੀ ਦੇ ਸੀਸ 'ਚ ਤੱਤਾ ਰੇਤਾ ਪਾਇਆ ਗਰਮ ਕਰਕੇ। ਅਗਲੇ ਦਿਨ ਮਹਾਰਾਜ ਜੀ ਨੂੰ ਫਿਰ ਉਬਲਦੀ ਦੇਗ 'ਚੋਂ ਇੱਕ ਬੰਦਾ ਉੱਠਿਆ ਵਿੱਚੋਂ, ਨੌਜਵਾਨ। ਉਹ ਕਹਿੰਦਾ ਜੀ ਇਹ ਛੱਡ ਦਿਓ ਕਹਾਣੀਆਂ ਐਵੇਂ ਲੋਕਾਂ ਨੂੰ, ਤੁਸੀਂ ਕਿਹੜੇ ਪਾਸੇ ਲਾਇਆ ਹੋਇਆ? ਇਹ ਕੋਈ ਦਲੀਲ ਨਾਲ ਕੋਈ ਸਮਝਾਓ। ਏਦਾਂ ਤੱਤੀ ਤਵੀ ਤੇ ਬਹਿ ਸਕਦਾ ਕੋਈ? ਤੁਸੀਂ ਆਪਣੇ ਕੋਲੋਂ ਹੀ ਸੁਣਾਈ ਜਾਂਦੇ ਹੋ ਸਾਰਾ ਕੁਝ। ਏਦਾਂ ਹੋ ਸਕਦਾ ਕੋਈ ਉਬਲਦੀ ਦੇਗ 'ਚ ਬੈਠੇ ਤੇ ਫਿਰ ਵੀ ਆਖੀ ਜਾਏ ਤੇਰਾ ਕੀ ਆ, ਮੀਠਾ ਲੱਗ ਗਿਆ? ਉਹ ਕਹਿੰਦੇ ਗੁਰਮੁਖਾ ਤੂੰ ਕਥਾ ਪੂਰੀ ਹੋ ਲੈਂਦੇ, ਫਿਰ ਤੇਰੇ ਨਾਲ ਗੱਲ ਕਰਦੇ ਆ। ਮੈਂ ਤਾਂ ਕੀਤਾ ਕਿਉਂਕਿ ਤੁਸੀਂ ਹੁਣ ਪੜ੍ਹੇ ਲਿਖੇ ਅੱਜ ਬੈਠੇ ਜੇ, ਤੇ ਮਹਾਰਾਜ ਜੀ ਦੇ ਹੋਰ ਵੀ ਵਚਨ ਨੇ, ਪਰ ਹੁਣ ਮੈਂ ਉਹ ਤੁਹਾਡੇ ਨਾਲ ਸਾਂਝੇ ਨਹੀਂ ਕਰਨੇ। ਸਿਰਫ ਇੰਨਾ ਕੀ ਕਹਾਂਗਾ ਵੀ ਆਪਣਾ ਆਲਾ ਦੁਆਲਾ ਵੀ ਸਾਂਭ ਕੇ ਰੱਖਣਾ ਜੇ, ਤੇ ਗੁਰੂ ਗੁਰੂ ਕਰਕੇ ਚੱਲਣਾ ਤੁਸੀਂ। ਉਹ ਜਦੋਂ ਕਥਾ ਦੀ ਸਮਾਪਤੀ ਕੀਤੀ, ਕਹਿੰਦੇ ਇੱਥੇ ਆ ਜਾ। ਕਹਿੰਦੇ ਹਾਂ ਹੁਣ ਦੱਸ ਤੈਨੂੰ ਕੀ? ਕਹਿੰਦਾ ਜੀ ਏਦਾਂ ਕਿੱਦਾਂ ਹੋ ਸਕਦਾ? ਤੁਸੀਂ ਸਮਝਾਓ ਨਾ, ਪ੍ਰਮਾਣ ਦੇ ਕੇ ਸਮਝਾਓ। ਐਵੇਂ ਇਹ ਪੁਰਾਣੀਆਂ ਹੋ ਚੁੱਕੀਆਂ ਗੱਲਾਂ, ਅੱਜ ਕੱਲ੍ਹ ਜ਼ਮਾਨਾ ਮਾਡਰਨ ਹੋ ਗਿਆ ਬਹੁਤ ਜ਼ਿਆਦਾ। ਉਹ ਕਹਿੰਦੇ ਠੀਕ ਆ, ਤੂੰ ਪੜ੍ਹਿਆ ਕਿੰਨੀਆਂ? ਕਹਿੰਦਾ ਜੀ ਮੈਟ੍ਰਿਕ ਕੀਤੀ ਹੈ। ਕਹਿੰਦੇ ਠੀਕ ਆ, ਤੂੰ 10 ਕੀਤੀਆਂ, ਇਸ ਕਰਕੇ ਸਮਝ ਲੇਗਾ ਜਦੋਂ ਬੰਦੇ ਦੇ ਕਿਸੇ ਅੰਗ ਤੇ ਸੱਟ ਲੱਗ ਜਾਏ ਤੇ ਡਾਕਟਰ ਉਹਨੂੰ ਆਪਰੇਟ ਕਰਦੇ, ਉਹਦੇ ਅੰਗ ਨੂੰ ਆਪਰੇਸ਼ਨ ਕਰਦੇ ਨੇ, ਪਹਿਲਾਂ ਉਹਨੂੰ ਚੀਰਨ ਪਾੜਨਗੇ, ਫਿਰ ਉਹਨੂੰ ਸਟਿਚਿੰਗ ਕਰਨਗੇ, ਤੇ ਉਹਨੂੰ ਦੁੱਖ ਕਿਉਂ ਨਹੀਂ ਲੱਗਦਾ? ਕਹਿੰਦਾ ਜੀ ਉਹਨੂੰ ਕਲੋਰੋਫਾਰਮ ਦਾ ਇੰਜੈਕਸ਼ਨ ਦਿੱਤਾ ਜਾਂਦਾ, ਇਸ ਕਰਕੇ ਸੁੰਨ ਹੋ ਜਾਂਦਾ ਉਹ। ਤੇ ਮਾਰੇ ਕਹਿੰਦੇ ਹੁੰਦਾ ਜਿੰਦਾ ਹੀ ਹੈ। ਉਹ ਗਿਆਨੀ ਜੀ ਕਹਿੰਦੇ ਹੁੰਦਾ ਜਿੰਦਾ ਹੀ ਹੈ ਨਾ? ਹਾਂਜੀ ਜਿੰਦਾ ਹੀ ਹੈ। ਬਲੱਡ ਵੀ ਸਰਕੂਲੇਟ ਕਰ ਰਿਹਾ ਹੁੰਦਾ, ਕਰਦਾ। ਦਿਲ ਧੜਕਦਾ? ਹਾਂਜੀ ਧੜਕਦਾ। ਸਾਹ ਆਉਂਦੇ ਨੇ? ਹਾਂਜੀ ਆਉਂਦੇ ਆ। ਫਿਰ ਕਹਿੰਦੇ ਪੀੜ ਕਿਉਂ ਨਹੀਂ ਹੁੰਦੀ? ਕਹਿੰਦਾ ਜੀ ਦੱਸਿਆ ਜੂਗਾ ਵੀ ਉਹ ਦਵਾਈ ਦਿੱਤੀ ਹੁੰਦੀ ਉਹਨੂੰ। ਉਹ ਕਹਿਣ ਲੱਗੇ ਉਹ ਦਵਾਈ ਇਹਨਾਂ ਠੋਸ ਤੱਤਾਂ ਚੋਂ ਬਣੀ ਹੈ। ਸਿਆਣੇ ਲੋਕਾਂ ਨੇ ਇਹਨਾਂ ਠੋਸ ਤੱਤਾਂ ਚੋਂ ਇੱਕ ਮੈਡੀਸਨ ਤਿਆਰ ਕਰ ਦਿੱਤੀ ਹੈ ਕਿ ਬੰਦੇ ਦੇ ਮੰਨ ਲਓ ਅੰਗ ਦਾ ਆਪਰੇਸ਼ਨ ਕਰਨਾ, ਉਹਨੂੰ ਸੁੰਨ ਕਰ ਲਓ, ਫਿਰ ਪੀੜ ਨਹੀਂ ਹੋਵੇਗੀ, ਜਿਉਂਦੇ ਨੂੰ ਪੀੜ ਨਹੀਂ ਹੋਵੇਗੀ। ਤੇ ਜਿਨ੍ਹਾਂ ਨੇ ਸਾਰੇ ਤੱਤ ਪੈਦਾ ਕੀਤੇ ਨੇ, ਉਹ 5ਵੇਂ ਪਾਤਸ਼ਾਹ ਜਿਨ੍ਹਾਂ ਦੀ ਬਾਬਤ ਬਾਣੀ 'ਚ ਬਚਨ ਧਰਨ ਗਗਨ ਨਾਵ ਖੰਡ ਮੈਂ ਜੋਤ ਸਰੂਪੀ ਰਹਿਓ, ਭਾਰ ਭਨ ਮਥਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ ਅਕਾਲ ਪੁਰਖ ਦਾ ਪ੍ਰਤੱਖ ਸਰੂਪ 5ਵੇਂ ਪਾਤਸ਼ਾਹ ਜੀ, ਜਿਨ੍ਹਾਂ ਨੇ ਸਾਰੇ ਤੱਤ ਬਣਾਏ ਨੇ, ਜਿਨ੍ਹਾਂ ਤੱਤਾਂ 'ਚੋਂ ਮੈਡੀਸਨ ਤਿਆਰ ਕਰਕੇ ਬੰਦੇ ਨੂੰ ਪੀੜ ਤੋਂ ਪਰੇ ਕਰ ਸਕਦੇ ਨੇ ਡਾਕਟਰ। ਤੇ ਸਾਰੀ ਸ੍ਰਿਸ਼ਟੀ ਦੇ ਮਾਲਕ ਤੱਤੀ ਤਵੀ ਦੇ ਬੈਠੇ, ਕੀ ਵਿਗੜ ਸਕਦਾ ਉਹਨਾਂ ਦਾ ਦੱਸੋ? ਉਹ ਸਾਰੀ ਮੈਡੀਸਨ ਉਹਨਾਂ ਦੇ ਅੰਦਰ ਹੀ ਹੈ। ਫਿਰ ਉਹਨੇ ਮਾਫੀ ਮੰਗੀ। ਕਹਿੰਦਾ ਜੀ ਹਾਂ ਹੁਣ ਮੇਰੇ ਸਮਝ 'ਚ ਆ ਗਈ ਹੈ ਗੱਲ ਵੀ ਇਹ ਮਨੋ ਘੜਤ ਕਹਾਣੀਆਂ ਨਹੀਂ ਹੈਗੀਆਂ, ਗੁਰੂ ਹੁੰਦਾ ਹੀ ਇੰਨਾ ਸਮਰੱਥ। ਵਾਕਈ ਮਹਾਰਾਜ ਇੰਨੇ ਸਮਰੱਥ ਹੁੰਦੇ, ਇੱਕ ਮੇਰ ਦੀ ਨਜ਼ਰ ਕਰਨਗੇ, ਵਾਕਈ ਸੁਪਨੇ 'ਚ ਭੁਗਤਾ ਦੇਣਗੇ। ਉਹ ਤਾਂ ਉਹਨੂੰ ਦਿਖਾਲ ਦਿੱਤਾ ਨਾ ਕਲਾ ਵਰਤਾ ਕੇ ਮਹਾਰਾਜ ਨੇ, ਐਦਾਂ ਤੇਰੇ ਨਾਲ ਹੋਣਾ ਸੀ, ਤੂੰ ਦੇਖ ਲਾ, ਆ ਵੀ ਪਰਿਵਾਰ ਤੇਰੇ ਸਾਹਮਣੇ ਖੜਾ ਤੇ ਉਹ ਵੀ ਤੇਰੇ ਸਾਹਮਣੇ ਆ, ਤੇਰਾ ਰਾਜ ਭਾਗ। ਪਰ ਗੁਪਤ ਕਲਾ ਮਹਾਰਾਜ ਜੀ ਦੀ ਕਿੰਨੀ ਵਰਤਦੀ, ਔਰ ਕਿਵੇਂ ਸਾਰਿਆਂ ਦਾ ਸੱਚੇ ਪਾਤਸ਼ਾਹ ਜੀ ਭਲਾ ਕਰਦੇ ਨੇ। ਇਹ ਗੁਰਮੁਖੋ ਬਸ ਮੰਨਣ ਕਰਕੇ ਆਪਣਾ ਬੇੜਾ ਪਾਰ ਹੋਣਾ। ਸ਼ੱਕ ਕਰਨ ਨੂੰ ਤਾਂ ਜਿਹਦੇ ਤੇ ਮਰਜ਼ੀ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਤਾਂ ਬੇਦੀ ਆਖੀ ਜਾਂਦੇ ਸੀ, ਤਲਵੰਡੀ 'ਚ ਕੋਈ ਆਖੇ ਭੂਤ ਨਾ ਕੋ ਕਹੇ ਬੇਤਾਲਾ। ਕਹਿੰਦੇ ਸੀ ਇਹ ਕਿ ਬੇਦੀਆਂ ਦੇ ਘਰੇ ਜੰਪਿਆ ਜੀ, ਕੰਮਕਾਰ ਹੀ ਨਹੀਂ ਕੋਈ ਕਰਦਾ। ਪਰ ਅੱਜ ਗੁਰੂ ਸਾਹਿਬ ਜੀ ਦੇ ਨਾਂ ਤੇ ਸਾਧ ਸੰਗਤ ਜੀ ਅਰਦਾਸ ਕੀਤਿਆਂ ਭਲਾ ਹੋ ਜਾਂਦਾ। ਇਸ ਕਰਕੇ ਮੱਤ ਖੁਸ਼ਕ ਨਹੀਂ ਕਰਨੀ ਕਦੇ ਵੀ। ਇਹ ਮੈਂ ਤਾਂ ਬੇਨਤੀ ਕਰਦਾ ਕਿਉਂਕਿ ਬਚਨ ਆ ਗਿਆ ਬਹੁਤ ਵੱਡਾ। ਮਹਾਰਾਜ ਕਹਿੰਦੇ ਤੀਰਥ ਪ੍ਰਗਟ ਹੋਵੇਗਾ। ਇਹ ਤੇਰੀ ਜਿਹੜੀ ਮਾਇਆ ਆਣ ਕੇ ਸੇਵਾ 'ਚ ਲੱਗੇਗੀ, ਇਹ ਤੇਰੀ ਬਾਕੀ ਮਾਇਆ ਨੂੰ ਵੀ, ਤੇਰੇ ਰਾਜ ਭਾਗ ਨੂੰ ਸਾਰੇ ਨੂੰ ਸਫਲਾ ਕਰ ਦੇਵੇਗੀ। ਔਰ ਆਨੰਦ ਭਇਆ ਸੁਣ ਕਰ ਬੈਨ। ਮਹਾਰਾਜ ਦੇ ਬਚਨ ਸੁਣ ਕੇ ਉਹਦੇ ਮਨ ਵਿੱਚ ਬਹੁਤ ਆਨੰਦ ਆਇਆ ਜੀ। ਬਿਰਹੋਂ ਤੇ ਭਰਿਓ ਨੀਰ ਬਹੁ ਨੈਣ। ਕਹਿੰਦੇ ਨੇਤਰਾਂ 'ਚੋਂ ਪਾਣੀ ਹੁਣ ਰੁਕਦਾ ਹੀ ਨਹੀਂ ਪਿਆ। ਇੰਨੀ ਕਿਰਪਾ ਮੇਰੇ ਤੇ ਮਹਾਰਾਜ ਨੇ ਕੀਤੀ ਹੈ। ਇਹ ਜਾਣ ਕੇ ਉਹਦੇ ਅੱਖਾਂ ਤੋਂ ਪ੍ਰੇਮ ਦਾ ਜਲ ਵਗਣੋਂ ਹਟਦਾ ਨਹੀਂ ਜੀ। ਮਸਤਕ ਟੇਕ ਵਿਦਾ ਹੋਏ ਗਇਓ। ਹੁਣ ਮਹਾਰਾਜ ਤੋਂ ਆਗਿਆ ਲੈ ਕੇ ਮੱਥਾ ਟੇਕੇ ਤੇ ਤੁਰ ਪਿਆ ਆਪਣੀ ਰਾਜਧਾਨੀ ਵੱਲ ਨੂੰ। ਉਹ ਆਪਣੇ ਸੰਗ ਕਲਿਆਣ ਸੋ ਲਿਓ। ਸੋ ਆਪਣੇ ਨਾਲ ਭਾਈ ਕਲਿਆਣਾ ਜੀ ਨੂੰ ਲੈ ਲਿਆ। ਮੈਂ ਅੱਗੇ ਬੇਨਤੀ ਕੀਤੀ ਸੀ, ਗੁਰੂ ਸਾਹਿਬ ਜੀ ਨੂੰ ਮਾਇਆ ਦੀ ਕਮੀ ਨਹੀਂ। ਗੁਰਮੁਖੋ ਇੱਕ ਬਹਾਨਾ ਮਹਾਰਾਜ ਨੇ ਬਣਾ ਕੇ ਕਿਵੇਂ ਅਗਲੇ ਆਉਣ ਵਾਲੇ ਸਮੇਂ 'ਚ ਜੇ ਕੋਈ ਗੁਰੂ ਕਰੇਗਾ, ਆਪਣੀ ਮਾਇਆ ਸਫਲੀ ਕਰਨੀ, ਸਰੀਰ ਪਵਿੱਤਰ ਕਰਨਾ, ਮਨ ਪਵਿੱਤਰ ਕਰਨਾ, ਜਨਮ ਸਫਲਾ ਕਰਨਾ, ਤੇ ਗੁਰੂ ਚਰਨਾਂ 'ਚ ਸੇਵਾ ਵੀ ਕਰਨੀ ਔਰ ਸਿਮਰਨ ਵੀ ਕਰਨਾ, ਸਤ ਸੰਗਤ ਵੀ ਕਰਨੀ। ਇਹ ਮਰਿਆਦਾ ਚਲਾਉਣ ਲਈ ਮਹਾਰਾਜ ਏਦਾਂ ਕਰਦੇ ਪਏ ਨੇ। ਮਾਇਆ ਦੀ ਕੋਈ ਕਮੀ ਨਹੀਂ ਸੱਚੇ ਪਾਤਸ਼ਾਹ ਜੀ ਨੂੰ। ਅੱਗੇ ਪਿੱਛੇ ਰਿੱਧੀਆਂ ਸਿੱਧੀਆਂ ਉਹਨਾਂ ਦਾ ਨਾਮ ਜਪਣ ਵਾਲਿਆਂ ਦੇ ਅੱਗੇ ਪਿੱਛੇ ਤੁਰੀਆਂ ਫਿਰਦੀਆਂ। ਰਿੱਧ ਸਿੱਧ ਨਾਮ ਹੈ ਕਿ ਦਾਸੀ ਆਖਿਆ, ਪਰ ਗੁਰੂ ਸਾਹਿਬ ਜੀ ਨੇ ਇਹ ਮਰਿਆਦਾ ਚਲਾਉਣੀ ਹੈ, ਕਿਰਪਾ ਕਰਨੀ ਹੈ, ਪ੍ਰਗਟ ਕਰਨਾ ਸਥਾਨ ਵੀ ਔਰ ਸੇਵਾ ਸਿਮਰਨ ਦਾ ਵੀ ਮਹਾਤਮ ਦੱਸਣਾ। ਤਾਂ ਸੱਚੇ ਪਾਤਸ਼ਾਹ ਜੀ ਇਉਂ ਕਰਦੇ ਪਏ। ਫਿਰ ਉਥੋਂ ਉਹ ਕਿਉਂਕਿ ਉਹ ਪਹਾੜੀ ਰਾਜ ਸੀ, ਉਥੋਂ ਲੱਕੜਾਂ ਵੀ ਚਾਹੀਦੀਆਂ ਜਦੋਂ ਨਵਾਂ ਨਗਰ ਵਸਣਾ ਹੁੰਦਾ, ਬਹੁਤ ਕੁਝ ਮੰਗਾਉਣਾ ਹੁੰਦਾ, ਕਿਸੇ ਨੇ ਸੇਵਾ ਕਰਕੇ ਆਪਣਾ ਆਪਾ ਸਫਲ ਕਰਨਾ ਹੁੰਦਾ। ਤਾਂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਪਏ ਹਨ। ਨਿਜ ਰਾਜਧਾਨੀ ਪ੍ਰਾਪਤ ਹੋਵਾ। ਚਲੇ ਗਿਆ ਜੀ ਆਪਣੀ ਰਾਜਧਾਨੀ ਵਿੱਚ। ਉਹ ਰਾਜ ਛਰੇ ਜੁਤ ਸਗਰ ਹੋ ਜੋਵਾ। ਉਹਨੇ ਜਾਣ ਲਿਆ ਵੀ ਹੁਣ ਸਾਰਾ ਮੇਰਾ ਜਿਹੜਾ ਰਾਜ ਭਾਗ ਹੈ
ਇਹ ਚੜ੍ਹਦੀ ਕਲਾ 'ਚ ਹੀ ਰਹੇਗਾ। ਕੋ ਦਿਨ ਢਿਗ ਰਾਖਿਓ ਕਲਿਆਣ, ਭਾਈ ਕਲਿਆਣਾ ਜੀ ਨੂੰ ਕੁਝ ਕੁ ਦਿਨ ਉਹਨੇ ਆਪਣੇ ਕੋਲ ਰੱਖਿਆ ਹੈ ਜੀ। ਹੁਣ ਥਾਤੀ ਦੇ ਦਰਬ ਮਹਾਨ, ਥਾਤੀ ਕਹਿੰਦੇ ਥੈਲੀਆਂ ਨੂੰ, ਫਿਰ ਬਹੁਤ ਸਾਰੀਆਂ ਧਨ ਦੀਆਂ ਥੈਲੀਆਂ ਦੇ ਕੇ ਭਾਈ ਕਲਿਆਣਾ ਜੀ ਨੂੰ ਸਰੋਵਰ ਦੀ ਸੇਵਾ ਵਾਸਤੇ ਜੀ ਨਿਜ ਨਰ ਸੰਗ ਮਿਲਾਏ ਪਹੁੰਚਾਇਓ। ਕਹਿੰਦੇ ਨੇ ਫਿਰ ਕੁਝ ਆਪਣੇ ਬੰਦੇ ਨਾਲ ਭੇਜੇ ਭਾਈ ਕਲਿਆਣਾ ਜੀ ਦੇ, ਵੀ ਇਹ ਧਨ ਸਾਂਭ ਕੇ ਪੰਜਵੇਂ ਪਾਤਸ਼ਾਹ ਜੀ ਤੱਕ ਪਹੁੰਚਦਾ ਕਰੋ। ਸ੍ਰੀ ਅਰਜਨ ਕੇ ਢਿਗ ਚੱਲ ਆਇਓ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਗਏ ਭਾਈ ਕਲਿਆਣਾ ਜੀ। ਬਹੁਤ ਸਾਰੀ ਉਹਦੀ ਮਾਇਆ ਲੈ ਕੇ ਨਾਲ ਉਹਦੇ ਸੇਵਾਦਾਰ ਆਏ ਹਨ। ਆਇਓ ਦਰਬ ਦੇਖ ਨਿਜ ਪਾਸ, ਕਹਿੰਦੇ ਨੇ ਜਦੋਂ ਉਹ ਮਾਇਆ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਕੋਲੇ ਪਹੁੰਚ ਗਈ ਤਾਂ ਜੀ ਚਾਹਤ ਸਰ ਕੋ ਕਰਿਓ ਪ੍ਰਕਾਸ਼। ਹੁਣ ਸੱਚੇ ਪਾਤਸ਼ਾਹ ਜੀ ਉਸ ਸਰੋਵਰ ਨੂੰ ਚੰਗੀ ਤਰ੍ਹਾਂ ਪ੍ਰਕਾਸ਼ ਕਰਨਾ, ਪੂਰਾ ਕਰਨਾ ਚਾਹੁੰਦੇ ਹਨ। ਬੂਝੋ ਬ੍ਰਿਧ ਭਾਈ ਗੁਰਦਾਸ, ਫਿਰ ਮਹਾਰਾਜ ਨੇ ਭਾਈ ਗੁਰਦਾਸ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਵੇਖੋ ਸਥਾਨ ਕਰੋ ਨਿਰਜਾਸ। ਇਹਨੂੰ ਸਲਾਹ ਕਰਕੇ ਹੁਕਮ ਕੀਤਾ ਵੀ ਜਾਓ ਬਾਬਾ ਜੀ, ਹੁਣ ਉਹ ਜਿਹੜੀਆਂ ਨਿਸ਼ਾਨੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਾਈਆਂ ਨੇ ਉਹਨਾਂ ਦਾ ਚੰਗੀ ਤਰ੍ਹਾਂ ਨਿਰਣਾ ਕਰੋ। ਆਪਾਂ ਪ੍ਰਾਰੰਭ ਕਰੀਏ ਹੁਣ ਜਿਹੜੀ ਸੇਵਾ ਦਾ ਕੰਮ ਸਰੋਵਰ ਦਾ, ਹਰਮੰਦਰ ਸਾਹਿਬ ਦਾ ਬਾਅਦ ਚ ਕਰਨਾ ਜੋ। ਉਦਮ ਤੀਰਥ ਰਚਬੇ ਕਰਿਓ, ਆਖਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਵੱਡਾ ਤੀਰਥ ਰਚਣਾ, ਇਸ ਕਰਕੇ ਉਦਮ ਕਰੋ ਬਾਬਾ ਜੀ, ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਜਾਓ। ਜੇ ਤੇ ਸਿੱਖਣ ਕੋ ਗਣ ਤਰਿਓ, ਕਹਿੰਦੇ ਜਿਸ ਕਰਕੇ ਬਹੁਤ ਸਾਰੇ ਸਿੱਖ ਤਰਨਗੇ। ਜੇ ਤੇ ਸਿੱਖਣ ਕੋ ਗਣ ਤਰਿਓ, ਗਣ ਹੁੰਦੇ ਬਹੁਤੇ, ਤਰਿਓ ਤਰ ਜਾਣਗੇ। ਜਿਸ ਹਰਮੰਦਰ ਸਾਹਿਬ ਦੀ ਧਰਤੀ ਤੇ ਮੱਥਾ ਲਾਉਣ ਕਰਕੇ ਗੁਰਮੁਖੋ ਮੱਥੇ ਦੇ ਭਾਗ ਬਦਲ ਜਾਣਗੇ। ਏਡਾ ਵੱਡਾ ਪਵਿੱਤਰ ਸਥਾਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਗਟ ਕਰਨਾ। ਤੇ ਫਿਰ ਵੀ ਆਪਾਂ ਕਈ ਵਾਰੀ ਸਾਧ ਸੰਗਤ ਜੀ ਤਰਕਾਂ ਦੀਆਂ ਤੇ ਹੋਰ ਕਈ ਤਰ੍ਹਾਂ ਦੇ ਵਿਚਾਰ ਜੇ ਆਪਾਂ ਮਨ ਚ ਆਉਣ ਤੇ ਗੱਲ ਵੱਖਰੀ ਆ, ਮੂੰਹੋਂ ਵੀ ਕੱਢ ਦਿੰਦੇ ਨੇ ਲੋਕ। ਬਹੁਤ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਾ ਕੇ ਰੱਖਣ। ਸੁਨੋ ਕਥਾ ਆਗਲ ਜਿਮ ਭਈ, ਹੁਣ ਕਹਿੰਦੇ ਨੇ ਇਸ ਤੋਂ ਅੱਗੇ ਜਿਵੇਂ ਕਥਾ ਹੋਈ ਗੁਰਮੁਖੋ ਪ੍ਰੇਮ ਨਾਲ ਸੁਣੋ ਜੀ। ਆਵੇ ਸੰਤੋਖ ਸਿੰਘ ਸ਼ੁਭ ਨਿਰਮਈ, ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਇਹ ਸਾਰਾ ਸਾਧ ਸੰਗਤ ਦੀ ਵਾਰਤਾਲਾਪ ਇਹ ਕਥਾ ਲਿਖੀ ਹੈ, ਉਹ ਭਾਈ ਸੰਤੋਖ ਸਿੰਘ ਜੀ ਕਹਿੰਦੇ ਇਥੋਂ ਤੱਕ ਇਦਾਂ ਹੋਇਆ ਸੀ ਵੀ ਰਾਜੇ ਦੇ ਮਨ ਚ ਭਰਮ ਪਿਆ। ਉਹ ਆਇਆ ਸੀ ਮੰਡੀ ਤੋਂ ਚੱਲ ਕੇ, ਫਿਰ ਮਹਾਰਾਜ ਜੀ ਨੇ ਉਹਦਾ ਸੁਪਨੇ ਵਿੱਚ ਜਨਮ ਭੁਗਤਾ ਕੇ ਮਹਾਰਾਜ ਨੇ ਇੱਕ ਕਲਾ ਵਰਤਾ ਕੇ ਦਿਖਾਲ ਦਿੱਤੀ। ਵਾਪਸ ਉਹਦੇ ਮਨ ਦਾ ਸ਼ੰਕਾ ਦੂਰ ਹੋਇਆ, ਭਾਵਨਾ ਬਣੀ, ਉਹਦਾ ਭਲਾ ਹੋਇਆ। ਉੱਥੋਂ ਵੀ ਮਾਇਆ ਆਈ। ਫਿਰ ਹੋਰ ਸਾਰੀਆਂ ਪਿੰਡਾਂ ਵਿੱਚੋਂ ਵੀ ਅੱਗੇ ਚੱਲ ਕੇ ਆਪਾਂ ਨੂੰ ਪਤਾ ਲੱਗੇਗਾ, ਜਿਵੇਂ ਭਾਈ ਸਾਲੋ ਜੀ, ਹੋਰ ਸਾਰੇ ਗੁਰਮੁਖ ਪਿਆਰੇ, ਉਹ ਸਾਰੀ ਸੇਵਾ ਜਿਹੜੀ ਹੈ ਕਾਰ ਸੇਵਾ ਵਿੱਚ ਲੱਗੇਗੀ। ਤੇ ਇਹ ਵੱਡਾ ਜਿਹੜਾ ਤੀਰਥ ਹੈ ਸਾਧ ਸੰਗਤ ਜੀ, ਇਹ ਪ੍ਰਗਟ ਹੋਵੇਗਾ। ਅੱਜ ਸਮਾਂ ਆਪਣਾ ਸਾਧ ਸੰਗਤ ਜੀ ਥੋੜਾ ਜਿਹਾ ਤਬਦੀਲ ਸੀ, ਇੱਥੇ ਆਪਾਂ ਸਮਾਪਤੀ ਕਰਦੇ, ਕਿਉਂਕਿ ਉਦੋਂ ਬਾਅਦ ਇਹਨਾਂ ਗੁਰਮੁਖਾਂ ਦਾ, ਵਿਦਿਆਰਥੀਆਂ ਦਾ ਆਪ ਦਾ ਪ੍ਰੋਗਰਾਮ ਚੱਲੇਗਾ, ਉਹ ਵੀ ਤੁਸੀਂ ਸਾਰਿਆਂ ਨੇ ਸਰਵਣ ਕਰਨਾ ਹੈ। ਲਗਭਗ 1 ਮਹੀਨਾ ਆਪ ਸਾਰੀਆਂ ਸੰਗਤਾਂ ਦੇ ਦਰਸ਼ਨ ਕੀਤੇ ਨੇ। ਗੁਰੂ ਸਾਹਿਬ ਜੀ ਦੇ ਗੁਣ ਗਾਉਂਦਿਆਂ, ਤੁਹਾਡੇ ਵਿੱਚ ਵਿਚਰਦਿਆਂ ਕਿਸੇ ਵੀ ਤਰ੍ਹਾਂ ਦੀ ਭੁੱਲ ਹੋਈ ਹੋਵੇ ਤੇ ਦਿਖਾਵੇ ਮਾਤਰ ਨਹੀਂ, ਮਨੋਂ ਉਹਦੀ ਅਸੀਂ ਮਾਫੀ ਮੰਗਦੇ ਹਾਂ। ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰਿਓ, ਸਭ ਦੀ ਹਾਜ਼ਰੀ ਆਪ ਜੀ ਦੇ ਦਰ ਤੇ ਪ੍ਰਵਾਨ ਹੋਵੇ ਜੀ। ਭੁੱਲਾਂ ਚੁੱਕਾਂ ਤੁਸੀਂ ਸਾਡੀਆਂ ਮਾਫ ਕਰ ਦੇਣੀਆਂ। ਗੁਰੂ ਗੁਰੂ ਸਾਧ ਸੰਗਤ ਜੀ ਜ਼ਰੂਰ ਜਪਣਾ। ਦੁਬਾਰਾ ਮੈਂ ਇਹ ਬੇਨਤੀ ਸਾਰੇ ਸਟੂਡੈਂਟਸ ਨੂੰ ਕਰਦਾ, ਗੁਰਮੁਖੋ ਜਿਨ੍ਹਾਂ ਅੰਮ੍ਰਿਤ ਨਹੀਂ ਛਕਿਆ ਉਹ ਅੰਮ੍ਰਿਤ ਛਕੋ, ਜਿਹੜੇ ਦਸਤਾਰ ਨਹੀਂ ਬੰਨ੍ਹਦੇ ਉਹ ਦਸਤਾਰ ਬੰਨੋ। ਜਿਹੜਾ ਕਿ ਤੁਹਾਡੇ ਵਿੱਚੋਂ ਕੋਈ ਵਿਰਲਾ ਟਾਵਾਂ ਕੇਸਾਂ ਦੀ ਬੇਅਦਬੀ ਕਰਦਾ, ਉਹ ਕੇਸ ਰੱਖੋ। ਤੁਸੀਂ ਦੇਖੋ ਆ ਇੱਥੇ ਬੱਚੇ ਜਿਹੜੇ ਤੁਰੇ ਫਿਰਦੇ ਆ, ਇੱਥੋਂ ਦੇ ਬੌਰਨ ਜਿਹੜੇ ਬੱਚੇ ਨੇ, ਕਮਾਲ ਦੀ ਗੱਲ ਹੈ, ਇੰਨੇ ਸਿੱਖੀ ਵਿੱਚ ਇੰਨਾ ਪਿਆਰ ਕਰਨ ਵਾਲੇ ਨੇ। ਇਉਂ ਇਹਨਾਂ ਵੱਲ ਵੀ ਆਪਾਂ ਦੇਖਣਾ, ਔਰ ਆਲਾ ਦੁਆਲਾ ਵੀ ਸਿਆਣਿਆਂ ਦੀ ਤਰ੍ਹਾਂ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਜੀ। 2 ਪੰਕਤੀਆਂ ਦਾ ਪਾਠ ਗੁਰਮੁਖਾਂ ਤੋਂ ਸਰਵਣ ਕਰੀਏ, ਫਿਰ ਲਾਹਾ ਪ੍ਰਾਪਤ ਕਰੀਏ, ਫਤਿਹ ਬੁਲਾਈਏ ਜੀ। ਉਦਮ ਤੀਰਥ ਰਚਿਓ ਕਰਿਓ, ਜਿਸ ਤੇ ਸਿੱਖਣ ਕੋ ਗਣ ਤਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।